वाहिगुरु 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 वाहिगुरु। वाहिगुरु 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 वाहिगुरु। बोलो संगते, जिथों तक भी आवाज़ पहुँचती है सतनाम वाहिगुरु का जाप करो। कलयुग के समय दे विच इस नाम ने सानू पार लाउणा है। जिन्ना भी नाम जपांगे कलयुग के समय दे विच उन्ना ही गुरमुखों सानू फल मिलना। वाहिगुरु 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 वाहिगुरु। वाहिगुरु 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 वाहिगुरु। ऊंची बोलो। वाहिगुरु 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 वाहिगुरु। तेरा देश मना परदेसिया, ए ना तेरा देश मना परदेसिया। ए ना तेरा देश मना परदेसिया, ए ना तेरा देश मना परदेसिया, ए ना तेरा देश मना परदेसिया, ए ना तेरा देश मना परदेसिया। परदेसिया, ए ना तेरा देश मना परदेसिया, ए ना तेरा देश मना परदेसिया, ए ना तेरा देश मना परदेसिया। परम सत्कारयोग साहिब श्री गुरु ग्रंथ साहिब महाराज की हजूरी विच बैठे सर्व माई और भाई, आओ कोई भी रसना वांझी ना रहे। एक बार गज के सारे जने आखो जी वाहिगुरु जी का खालसा वाहिगुरु जी की फतेह।
ਬਾਬਾ ਜੀ ਨੂੰ ਕਹੋ ਨਾ ਚਲਾਉਣ, ਕਹਿ ਦੋ ਉੱਠ ਕੇ ਜਿਹੜਾ ਵੀ ਹੈਗੇ ਨੇ। ਗੁਰਮੁਖੋ, ਆਪਾਂ ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹਾਂ, ਉਹਨਾਂ ਦਾ ਨਾਮ ਸਰਦਾਰ ਕਾਕਾ ਸਿੰਘ ਜੀ ਸਨ ਆਫ ਮੱਘਰ ਸਿੰਘ ਜੀ। ਇਹਨਾਂ ਗੁਰਮੁਖੋ ਬਹੁਤ ਹੀ ਆਪਣੀ ਜ਼ਿੰਦਗੀ ਦੇ ਵਿੱਚ ਨੇਕੀ ਦੀ, ਧਰਮ ਦੀ ਕਮਾਈ ਕੀਤੀ। ਕਿਸੇ ਨਾਲ ਕੋਈ ਵੱਟ ਵਿਰੋਧ ਨਹੀਂ ਰੱਖਿਆ, ਬਹੁਤ ਭਲਮਾਨਸੀ ਰੱਖੀ ਆ ਸਾਰੀ ਜ਼ਿੰਦਗੀ। ਚੰਗਾ ਵਧੀਆ ਜੀਵਨ ਬਤੀਤ ਕੀਤਾ। ਇਹਨਾਂ ਦੇ ਬੇਟੇ ਰਮਨਦੀਪ ਸਿੰਘ, ਸਤਗੁਰ ਸਿੰਘ, ਬਲਬੀਰ ਸਿੰਘ, ਜਿਹੜੇ ਕਿ ਇਹ ਵੀ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਧਰਮ ਦੀ ਕਮਾਈ ਕਰਦੇ ਨੇ ਤੇ ਪਿੰਡ ਦੇ ਵਿੱਚ ਗੁਰਮੁਖੋ ਮੇਲ ਗੇਲ ਵੀ ਹਰ ਇੱਕ ਨਾਲ ਪ੍ਰੇਮ ਭਾਵਨਾ ਰਹਿੰਦੇ ਨੇ। ਜਿਸ ਤਰ੍ਹਾਂ ਦਾ ਦੱਸਿਆ ਕਿ ਪਰਿਵਾਰ ਹੈ ਭਲਮਾਨਸੀ ਵਾਲਾ, ਇਹਨਾਂ ਦਾ ਹੈ ਭਲਾ ਮਾਨਸ। ਗੁਰਮੁਖੋ, ਇਸ ਤਰ੍ਹਾਂ ਦਾ ਜੀਵਨ ਸਾਰਿਆਂ ਦਾ ਹੀ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਗੁਰਮੁਖੋ, ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਨਾਮ ਜਪਣ ਵਾਸਤੇ ਭੇਜਿਆ। ਕਿਉਂਕਿ ਸਾਨੂੰ ਧਰਮ ਦੀ ਕਿਰਤ ਕਰਨ ਵਾਸਤੇ ਭੇਜਿਆ। ਗੁਰੂ ਨਾਨਕ ਸਾਹਿਬ ਨੇ ਧਰਮ ਦੀ ਕਿਰਤ ਕੀਤੀ, ਆਪ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਹਲ ਵਾਹਿਆ। ਤੇ ਗੁਰਮੁਖੋ, ਅਸੀਂ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ। ਕਿਉਂਕਿ ਜੇ ਸਾਨੂੰ ਪਰਮਾਤਮਾ ਨੇ ਇਸ ਸੰਸਾਰ ਦੇ ਉੱਤੇ ਭੇਜਿਆ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਗੁਰਮੁਖੋ, ਇਹ ਸਾਡਾ ਸਰੀਰ ਰੂਪੀ ਕੱਪੜਾ, ਚੰਗਾ ਰੂਪ, ਚੰਗੇ ਹੱਥ ਪੈਰ, ਚੰਗਾ ਸਰੀਰ, ਸੋਹਣਾ ਰੂਪ ਪਰਮਾਤਮਾ ਨੇ ਸਾਨੂੰ ਦਿੱਤਾ। ਤੇ ਗੁਰਮੁਖੋ, ਜੇ ਸਾਡੀ ਕਿਤੇ ਸਰਕਾਰੇ ਦਰਬਾਰੇ ਚੱਲਦੀ ਕੋਈ ਮਾੜਾ ਮੋਟੀ ਕੋਈ ਗੱਲਬਾਤ ਪਿੰਡ ਦੇ ਵਿੱਚ, ਵੀ ਸਾਨੂੰ ਚਾਰ ਜਣੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਤੇ ਆਪਾਂ ਨੂੰ ਇਹ ਨਹੀਂ ਚਾਹੀਦਾ ਵੀ ਬਾਹਾਂ ਚੌੜੀਆਂ ਕਰ ਕਰ ਤੁਰੇ ਫਿਰੀਏ ਤੇ ਮਾੜੇ ਨੂੰ ਥੱਲੇ ਵੇਖੀਏ ਹੀ ਨਾ, ਗਰੀਬ ਦੀ ਪਛਾਣ ਹੀ ਨਾ ਕਰੀਏ। ਕਿਉਂਕਿ ਗੁਰੂ ਸਾਹਿਬ ਨੇ ਤੇ ਗਰੀਬਾਂ ਨੂੰ ਹੀ ਗਲ ਦੇ ਨਾਲ ਲਾਇਆ। ਪਰਮਾਤਮਾ ਨੇ ਜੇ ਤੈਨੂੰ ਹੱਥ ਦਿੱਤੇ ਆ ਤੇ ਇਹ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਦਿੱਤੇ ਨੇ। ਕਿਉਂਕਿ ਜਿਸ ਤਰ੍ਹਾਂ ਦਾ ਸਮਾਂ ਜ਼ਿਆਦਾ ਕਲਯੁਗ ਦਾ ਗੁਰਮੁਖੋ ਪਿਆਰਿਓ, ਆਪੋ ਧਾਪੀ ਦੁਨੀਆ ਹੋਈ ਪਈ ਆ। ਕੋਈ ਇਸ ਸਮੇਂ ਦੇ ਵਿੱਚ ਕੋਈ ਧਰਮ ਦੀ ਗੱਲ ਕਰਦਾ, ਸੱਚੀ ਗੱਲ ਕੋਈ ਕਰਦਾ, ਨਹੀਂ ਤਾਂ ਝੂਠ ਦਾ ਪਸਾਰਾ ਬਹੁਤਾ। ਗੁਰਮੁਖੋ, ਸਾਨੂੰ ਹੱਥ ਦਿੱਤੇ ਆ ਗੁਰੂ ਘਰ ਦੀ ਸੇਵਾ ਕਰਨ ਵਾਸਤੇ, ਤੇ ਪੈਰ ਸਾਨੂੰ ਦਿੱਤੇ ਨੇ ਵੀ ਸੰਗਤ ਦੇ ਵਿੱਚ ਚੱਲ, ਸੰਗਤ ਦੇ ਦਰਸ਼ਨ ਕਰ, ਗੁਰੂ ਘਰ ਜਾ। ਕਿਉਂਕਿ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਇਹਨਾਂ ਪੈਰਾਂ ਦੇ ਨਾਲ ਤੁਰ ਕੇ ਤੂੰ ਮਾੜੇ ਪਾਸੇ ਵੱਲ ਜਾ, ਕੋਈ ਗਲਤ ਕੰਮ ਕਰ। ਜੇ ਸਾਨੂੰ ਇਹ ਜੀਭ ਦਿੱਤੀ ਆ, ਇਹ ਜ਼ੁਬਾਨ ਸਾਨੂੰ ਨਾਮ ਜਪਣ ਵਾਸਤੇ ਦਿੱਤੀ ਆ।
ਕਿਸੇ ਨੂੰ ਮਾੜਾ ਚੰਗਾ ਬੋਲਣ ਵਾਸਤੇ ਨਹੀਂ ਦਿੱਤੀ, ਕਿਉਂਕਿ ਉਹ ਪ੍ਰਮਾਤਮਾ ਸਾਡੇ ਵਿੱਚ ਵਸ ਰਿਹਾ। ਮਹਾਰਾਜ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼। ਗੁਰਮੁਖੋ ਉਹ ਪ੍ਰਮਾਤਮਾ ਸਾਡੇ ਵਿੱਚ ਹੀ ਵਸ ਰਿਹਾ, ਪਰ ਸਾਨੂੰ ਸਮਝ ਨਹੀਂ ਆਉਂਦੀ, ਕਿਉਂਕਿ ਬਾਣੀ ਪੜ੍ਹਨੀ ਨਹੀਂ, ਸੁਣਨੀ ਨਹੀਂ, ਗੁਰੂ ਘਰ ਜਾਣਾ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖੋ ਪਿਆਰਿਓ ਸਾਡੀ ਜ਼ਿੰਦਗੀ ਬਾਰੇ, ਸਾਡੇ ਜੀਵਨ ਬਾਰੇ ਸਭ ਕੁਝ ਲਿਖਿਆ, ਦੁੱਖ ਸੁੱਖ ਸਾਡਾ। ਜੇ ਆਪਾਂ ਬਾਣੀ ਪੜਾਂਗੇ ਤਾਂ ਸਾਨੂੰ ਸਮਝ ਆ ਸਕਦੀ ਆ। ਤੇ ਗੁਰਮੁਖੋ ਪਰਮਾਤਮਾ ਸਾਡੇ ਵਿੱਚ ਹੀ ਵਸ ਰਿਹਾ, ਆਪਾਂ ਨੂੰ ਪਛਾਣ ਨਹੀਂ ਆਉਂਦੀ। ਜੇ ਆਪਾਂ ਕਿਸੇ ਨੂੰ ਮਾੜਾ ਚੰਗਾ ਬੋਲਦੇ ਨਾ ਇਸ ਜੀਵ ਦੇ ਉੱਤੋਂ, ਤੇ ਆਪਾਂ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੇ ਹਾਂ, ਕਿਉਂਕਿ ਉਹਦੀ ਜੋਤ ਸਾਡੇ ਵਿੱਚ ਚੱਲ ਰਹੀ, ਆਪਾਂ ਬੋਲਦੇ ਤਾਂ ਹੀ ਆ। ਜਦੋਂ ਉਹਨੇ ਜੋਤ ਸਾਡੇ ਵਿੱਚੋਂ ਆਪਣੀ ਖਿੱਚ ਲਈ ਤੇ ਗੁਰਮੁਖੋ ਪਿਆਰਿਓ ਫਿਰ ਤੁਹਾਨੂੰ ਕਿਸੇ ਨੇ ਬਹੁਤਾ ਚਿਰ ਰੱਖਣਾ ਨਹੀਂ, ਫਿਰ ਉਦੋਂ ਚੱਕਲ ਹੋ ਜਾਣੀ ਆ। ਇਹ ਜਿੰਨਾ ਚਿਰ ਤੇਰੀ ਜ਼ਿੰਦਗੀ, ਜਿੰਨਾ ਚਿਰ ਤੂੰ ਜੀਣਾ, ਜਿੰਨਾ ਚਿਰ ਤੂੰ ਇਸ ਸੰਸਾਰ ਦੇ ਉੱਤੇ ਤੁਰਿਆ ਫਿਰਦਾ ਬੰਦਿਆ, ਉਹਨਾਂ ਚਿਰ ਹੀ ਤੇਰੀ ਪੁੱਛਗਿਛ ਆ। ਤੇ ਪਰਮਾਤਮਾ ਦੇ ਘਰ ਜਾ ਕੇ ਪੁੱਛਗਿਛ ਤਾਂ ਹੋਣੀ ਆ ਜੇ ਪਰਮਾਤਮਾ ਦਾ ਨਾਮ ਜਪਿਆ ਉਹ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਮੁਖੋ ਕੱਪੜ ਰੂਪ ਸਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜਿਹੋ ਜੇ ਕਰਮ ਕਰੇਗਾ ਨਾ ਉਹੋ ਜਿਹੇ ਤੈਨੂੰ ਭੋਗਣੇ ਪੈਣੇ ਆ। ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜੇ ਤੂੰ ਕਹਿਣਾ ਨਾ ਮੇਰੀ ਮਾੜੀ ਮੋਟੀ ਚੱਲਦੀ ਆ ਤੇ ਮੈਂ ਹੁਕਮ ਦੇ ਨਾਲ ਸਾਰੇ ਕੰਮ ਕਰਾਵਾਂ, ਤੇ ਗੁਰਮੁਖੋ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਹੁਕਮ ਨਹੀਂ ਕੀਤਾ, ਉਹਨਾਂ ਨੇ ਸ਼ਬਦ ਦੀ ਚੋਟ ਨਾਲ ਵਿਗੜੇ ਤਿਗੜੇ ਸਿੱਧੇ ਕੀਤੇ ਨੇ। ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀਏ ਸੋਈ। ਗੁਰੂ ਨਾਨਕ ਸਾਹਿਬ ਨੇ ਹੁਕਮ ਸਾਨੂੰ ਕਿਹੜਾ ਕੀਤਾ? ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਇੱਕੋ ਹੀ ਕੀਤਾ ਕਿ ਬੰਦਿਆ, ਜਿਹੜੀ ਤੈਨੂੰ ਬਾਣੀ ਲਿਖ ਕੇ ਦੇ ਕੇ ਗਏ ਗੁਰੂ ਗ੍ਰੰਥ ਸਾਹਿਬ, ਬਾਣੀ ਪੜ੍ਹ। ਜੇ ਤੂੰ ਬਾਣੀ ਨਹੀਂ ਪੜ੍ਹ ਸਕਦਾ ਤੇ ਬਾਣੀ ਸੁਣ ਜ਼ਰੂਰ। ਜੇ ਤੂੰ ਘਰੋਂ ਉੱਠ ਕੇ ਨਹੀਂ, ਗੁਰਦੁਆਰੇ ਵੀ ਨਹੀਂ ਆ ਸਕਦਾ, ਤੇ ਗੁਰੂ ਸਾਹਿਬ ਕਹਿੰਦੇ ਨੇ ਹਿਰਦੇ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ। ਫਿਰ ਘਰ ਬਹਿ ਕੇ ਗੁਰਮੁਖੋ ਪਿਆਰਿਓ ਸਤਿਨਾਮ ਵਾਹਿਗੁਰੂ ਦਾ ਜਾਪ ਹੀ ਕਰੀ ਜਾ। ਉਹ ਰਸਤਾ ਬੜਾ ਭੀੜਾ ਗੁਰਮੁਖੋ ਪਿਆਰਿਓ, ਜਿਹਦੀ ਲੰਘਣਾ ਪੈਣਾ ਆਪਾਂ ਨੂੰ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਖਾਲੀ ਬੰਦਾ ਆਇਆ ਤੇ ਗੁਰਮੁਖੋ ਪਿਆਰਿਓ ਸਿਕੰਦਰ ਲੋਧੀ ਵਰਗੇ ਵੇਖ ਲਓ ਗੁਰਮੁਖੋ ਪਿਆਰਿਓ, ਫਿਰ ਨੰਗੇ ਹੱਥੀਂ ਗਏ। ਜਿਹੜੇ ਕਹਿੰਦੇ ਸੀ ਰਾਜ ਭਾਗ ਐਡਾ ਵੱਡਾ ਸੀ, ਜਿਨ੍ਹਾਂ ਨੇ ਭਗਤ ਰਵਿਦਾਸ ਹੋਣਾ ਨੂੰ, ਗੁਰਮੁਖੋ ਭਗਤ ਕਬੀਰ ਵਰਗਿਆਂ ਨੂੰ, ਭਗਤ ਨਾਮਦੇਵ ਵਰਗਿਆਂ ਨੂੰ, ਜਿਹੜੇ ਨਾਮ ਨਹੀਂ ਸੀ ਜਪਣ ਦਿੰਦੇ ਇੱਥੇ, ਜਿਨ੍ਹਾਂ ਨੇ ਬਹੁਤ ਤਸੀਹੇ ਦਿੱਤੇ ਤੇ ਦੋਵਾਂ ਹੱਥਾਂ ਨਾਲ ਲੁੱਟਿਆ। ਜਿਸ ਤਰ੍ਹਾਂ ਦੀਆਂ ਸਰਕਾਰਾਂ ਹੁਣ ਕਰ ਰਹੀਆਂ ਗੁਰਮੁਖੋ ਪਿਆਰਿਓ, ਕਹਿਣਾ ਤੇ ਨਹੀਂ ਚਾਹੁੰਦੇ, ਪਰ ਸੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਾ ਬੋਲਾਂਗੇ ਤੇ ਕਿੱਥੇ ਬੋਲਾਂਗੇ ਆਪਾਂ। ਅੱਜ ਵੇਖੋ ਸਾਡੇ ਬੱਚੇ ਪੜ੍ਹੇ ਲਿਖੇ ਨੌਜਵਾਨ
ਧੱਕੇ ਖਾਂਦੇ ਫਿਰਦੇ ਆ। ਕੋਈ ਹੈ ਨੌਕਰੀ ਕਿਸੇ ਨੂੰ ਮਿਲਦੀ? ਤੇ ਆਪਾਂ ਲਾਲਚ ਦੇ ਵਿੱਚ ਆਣ ਕੇ ਆ 4 ਕੁ ਦਿਨ ਵੋਟਾਂ ਆਉਂਦੀਆਂ ਨੇ ਤੇ ਵੱਡੇ ਵੱਡੇ ਲੀਡਰਾਂ ਨਾਲ ਹੱਥ ਸੁੱਟ ਕੇ ਤੇ ਵੋਟਾਂ ਪਾ ਦਿੰਦੇ ਆ। ਕਦੀ ਇਹ ਵੀ ਕਿਸੇ ਨੌਜਵਾਨ ਮੁੰਡੇ ਨੇ ਚਾਹੇ ਕਿਸੇ ਬਜ਼ੁਰਗ ਨੇ ਮੰਗਿਆ ਵੀ ਸਾਡਾ ਮੁਲਕ ਲੁੱਟ ਕੇ ਖਾ ਕੇ ਸਾਡੇ ਨਿਆਣੇ ਨੂੰ ਨੌਕਰੀਆਂ ਦਿਓ? ਇਸ ਪਾਸੇ ਸਾਡਾ ਧਿਆਨ ਨਹੀਂ ਜਾਂਦਾ। ਜੇ ਗੁਰਮੁਖੋ ਪਿਆਰਿਓ ਆਪਾਂ ਆਪਣਾ ਦੇਸ਼ ਬਚਾਉਣਾ ਚਾਹੁੰਦੇ ਆ ਨਾ, ਤੇ ਆਪਣੇ ਪੜ੍ਹੇ ਲਿਖੇ ਬੱਚਿਆਂ ਵਾਸਤੇ ਆਪਾਂ ਉਹਨਾਂ ਕੋਲ ਨੌਕਰੀਆਂ ਦੀ ਮੰਗ ਰੱਖੀਏ ਵੀ ਸਾਡੇ ਬੱਚੇ ਨੂੰ ਕੋਈ ਨੌਕਰੀ ਦਿਓ। ਲਾਲਚ ਦੇ ਵਿੱਚ ਆਣ ਕੇ ਵੋਟਾਂ ਨਾ ਪਾ ਦਿਆ ਕਰੀਏ, ਕਿਉਂਕਿ ਅੱਜ ਕੱਲ੍ਹ ਲਾਲਚ ਵੀ ਬੜਾ, ਪੈਸਾ ਧੇਲਾ ਨਸ਼ਾ ਪੱਤਾ ਬੜਾ ਵਰਤਾਉਂਦੇ ਨੇ। ਤੇ ਇੱਥੋਂ ਗੁਰਮੁਖੋ ਪਿਆਰਿਓ ਜਿੰਨਾ ਮਰਜ਼ੀ ਲੁੱਟ ਲਈਏ, ਪਰ ਸਿਕੰਦਰ ਲੋਧੀ ਵਾਂਗੂ ਜਦੋਂ ਸੀੜੀ ਤੇ ਪਾ ਕੇ ਲਈ ਜਾਂਦੇ ਨੇ ਤੇ ਦੋਨੋਂ ਹੱਥ ਗੁਰਮੁਖੋ ਪਿਆਰਿਓ ਬਾਹਰ ਕੱਢ ਦਿੱਤੇ। ਕਹਿੰਦਾ ਮੇਰੇ ਦੋਵੇਂ ਹੱਥ ਬਾਹਰ ਕੱਢ ਦਿਓ। ਸੀੜੀ ਦੇ ਉੱਤੋਂ ਦੋਵੇਂ ਹੱਥ ਬਾਹਰ ਕੱਢ ਦਿੱਤੇ। ਆਂਦਾ ਲੋਕਾਂ ਨੂੰ ਪਤਾ ਲੱਗੇ ਕਿ ਖਾਲੀ ਹੱਥੀਂ ਗਿਆ। ਇਸ ਤਰ੍ਹਾਂ ਗੁਰਮੁਖੋ ਪਿਆਰਿਓ ਆਪਾਂ ਵੀ ਧਰਮ ਦੀ ਕਿਰਤ ਕਰੀਏ। ਮਹਾਰਾਜ ਕਹਿੰਦੇ ਕਰ ਉਗਣ ਪਛੋਤਾਵਣਾ। ਇੱਥੇ ਆਣ ਕੇ ਸੰਸਾਰ ਦੇ ਉੱਤੇ ਆਪਾਂ ਔਗਣਾਂ ਦੀਆਂ ਪੰਡਾਂ ਨਾ ਬੰਨੀਏ, ਆਪਾਂ ਗੁਣ ਇਕੱਠੇ ਕਰੀਏ। ਕਿਉਂਕਿ ਗੁਰਮੁਖੋ ਇੱਕ ਗੁਣ ਇਕੱਠਾ ਕਰਾਂਗੇ ਨਾ ਤੇ ਇੱਕ ਦਿਨ ਆਪਾਂ ਗੁਣਵਾਨ ਬਣ ਜਾਾਂਗੇ। ਤੇ ਜੇ ਔਗਣ ਇਕੱਠੇ ਕਰਨ ਲੱਗ ਪਏ, ਇੱਕ ਵੀ ਔਗਣ ਇਕੱਠਾ ਕਰਾਂਗੇ ਨਾ ਤੇ ਇੱਕ ਦਿਨ ਬਹੁਤ ਵੱਡੇ ਗੁਨਾਹਗਰ ਬਣ ਜਾਾਂਗੇ। ਗੁਰੂ ਸਾਹਿਬ ਨੇ ਧਰਮ ਦੀ ਕਿਰਤ ਕਰਨ ਦੀ ਜਾਚ ਦੱਸੀ ਆ। ਆਪ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹਲ ਵਾਹਿਆ। ਤੇ ਗੁਰਮੁਖੋ ਆਪਾਂ ਵੀ ਆਪਣੇ ਗੁਰੂ ਸਾਹਿਬਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ, ਧਰਮ ਦੀ ਕਿਰਤ ਕਰੀਏ। ਕਿਉਂਕਿ ਸਾਨੂੰ ਵੀ ਇਸ ਸੰਸਾਰ ਦੇ ਵਿੱਚ ਕੋਈ ਚੰਗੇ ਲਫ਼ਜ਼ਾਂ ਨਾਲ ਯਾਦ ਕਰ ਸਕੇ। ਇਸ ਸੰਸਾਰ ਦੇ ਵਿੱਚ ਗੁਰਮੁਖੋ ਪਿਆਰਿਓ ਜੋ ਆਇਆ ਸੋ ਚੱਲਸੀ, ਸਭ ਕੋਈ ਆਈ ਵਾਰੀ ਹੈ। ਇੱਥੇ ਜਿਹੜਾ ਵੀ ਆਇਆ ਉਹਨੂੰ ਜਾਣਾ ਪੈਣਾ। ਇੱਥੇ ਸਦਾ ਬੈਠੇ ਨਹੀਂ ਰਹਿਣਾ ਕਿਸੇ ਨੇ। ਪਰ ਗੁਰਮੁਖੋ ਧਰਮ ਦੀ ਕਿਰਤ ਕਰਾਂਗੇ ਤੇ ਫਿਰ ਆਪਾਂ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਵੀ ਪ੍ਰਵਾਨ ਹੋ ਜਾਾਂਗੇ ਤੇ ਸੰਸਾਰ ਨੂੰ ਵੀ ਚੰਗੇ ਲੱਗਾਂਗੇ। ਧਰਮ ਦੀ ਕਿਰਤ ਵੇਖੋ ਜਿਨ੍ਹਾਂ ਗੁਰਮੁਖੋ ਕੀਤੀ ਆ। ਸਾਡੇ ਗੁਰੂ ਨਾਨਕ ਸਾਹਿਬ ਤੋਂ ਬਾਅਦ 'ਚ ਗੁਰੂ ਅੰਗਦ ਦੇਵ ਜੀ ਆਏ ਨੇ, ਧਰਮ ਦੀ ਕਿਰਤ ਕੀਤੀ। ਤੇ ਗੁਰਮੁਖੋ ਅੱਜ ਆਪਾਂ ਉਹਨਾਂ ਦਾ ਨਾਮ ਲੈਂਦੇ ਹਾਂ। ਗੁਰੂ ਅਮਰਦਾਸ ਜੀ ਆਏ, ਗੁਰੂ ਰਾਮਦਾਸ ਜੀ ਵੇਖੋ ਗੁਰਮੁਖੋ ਪਿਆਰਿਓ ਜਿਨ੍ਹਾਂ ਨੇ ਸਾਰਾ ਜੀਵਨ ਹੀ ਨਿਮਰਤਾ ਦੇ ਵਿੱਚ ਲੰਘਾ ਦਿੱਤਾ। ਗੁਰਮੁਖੋ ਗੁਰੂ ਰਾਮਦਾਸ ਜੀ ਜਿਨ੍ਹਾਂ ਨੂੰ ਇੱਕ ਵਾਰ ਬਾਬਾ ਸ੍ਰੀ ਚੰਦ ਜੀ ਆਣ ਕੇ ਮਿਲੇ। ਬਾਬਾ ਸ੍ਰੀ ਚੰਦ ਜੀ ਬਾੜ ਸਾਹਿਬ ਦੀ ਧਰਤੀ ਤੇ ਆਏ ਨੇ ਤੇ ਉਹਨਾਂ ਨੇ ਵੇਖਿਆ ਕਿ ਜਿਹੜੇ ਸਾਡੇ ਪਿਤਾ ਜੀ ਨੇ ਜਿਹੜੀ ਮਰਜ਼ਾਦਾ ਚਲਾਈ ਆ, ਉਹ ਮਰਜ਼ਾਦਾ ਵੇਖੀਏ ਉਸੇ ਤਰ੍ਹਾਂ ਹੀ ਚੱਲ ਰਹੀ ਆ। ਕਿ ਕੰਮ ਥੱਲੇ ਨੂੰ ਗਿਆ। ਕਿਉਂਕਿ ਗੁਰਮੁਖੋ ਜਿਹੜਾ ਵੀ ਆਪਾਂ ਕੋਈ ਕੰਮ ਚਲਾਉਂਦੇ ਆ, ਕੋਈ ਆਪਾਂ ਧਿਆਨ ਜਿਹੜੀਆਂ ਵੱਡੀਆਂ ਫੈਕਟਰੀਆਂ ਗੁਰਮੁਖੋ ਚਲਾਈਆਂ ਲੋਕਾਂ ਨੇ, ਉਹ ਵੇਂਦੇ ਆ ਮਗਰ ਜਾ ਕੇ ਵੀ ਇਹ ਕੰਮ ਵਧੀਆ ਚੱਲ ਰਿਹਾ। ਇਸੇ ਤਰ੍ਹਾਂ ਹੀ ਉਹਨਾਂ ਨੇ ਵੀ ਆਪਣੇ ਪਿਤਾ ਦੀ ਗੱਦੀ ਵੱਲ ਧਿਆਨ ਦਿੱਤਾ। ਬਾਬਾ ਸ੍ਰੀ ਚੰਦ ਜੀ ਬਾੜ ਸਾਹਿਬ ਦੀ ਧਰਤੀ ਤੋਂ ਆਏ ਨੇ। ਜਦੋਂ ਗੁਰੂ ਰਾਮਦਾਸ ਜੀ ਨੂੰ ਪਤਾ ਲੱਗਾ ਕਿ ਬਾਬਾ ਸ੍ਰੀ ਚੰਦ ਜੀ ਆ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ, ਵੱਡੇ ਸੁਪੁੱਤਰ ਸਨ, ਤੇ ਗੁਰੂ ਰਾਮਦਾਸ ਜੀ ਗੁਰਮੁਖੋ ਅੱਗੋਂ ਲੈਣ ਵਾਸਤੇ ਗਏ।
ਜਦੋਂ ਲੈ ਕੇ ਹਰਿਮੰਦਰ ਸਾਹਿਬ ਆਏ ਨੇ ਤੇ ਬਾਬਾ ਸ੍ਰੀ ਚੰਦ ਜੀ ਗੁਰਮੁਖੋ ਪਲੰਘ ਦੇ ਉੱਤੇ ਚਰਨ ਲਮਕਾ ਕੇ ਬੈਠ ਗਏ ਨੇ ਤੇ ਗੁਰੂ ਰਾਮਦਾਸ ਜੀ ਗੁਰਮੁਖੋ ਥੱਲੇ ਬੈਠ ਕੇ ਚੌਂਕੜਾ ਲਾ ਕੇ ਤੇ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਨੇ, ਪੁਰਖਾ ਆ ਐਡਾ ਐਡਾ ਦਾੜਾ ਕਿਉਂ ਵਧਾਇਆ? ਕਿਉਂਕਿ ਗੁਰਮੁਖੋ 10 ਪਾਤਸ਼ਾਹੀਆਂ ਦੇ ਵਿੱਚੋਂ ਧੰਨ ਗੁਰੂ ਰਾਮਦਾਸ ਜੀ ਜਿਹੜੇ ਆ ਨਾ, ਇਹਨਾਂ ਦਾ ਸਭ ਨਾਲੋਂ ਦਾੜਾ ਵੱਡਾ ਸੀਗਾ। ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ, ਕਹਿੰਦੇ ਪੁਰਖਾ ਦਾੜਾ ਕਿਉਂ ਐਡਾ ਵਧਾਇਆ? ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਕਹਿੰਦੇ ਤੁਹਾਡੇ ਚਰਨ ਸਾਫ਼ ਕਰਨ ਵਾਸਤੇ ਵਧਾਇਆ। ਮਹਾਂਪੁਰਖੋ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਗੁਰਮੁਖੋ ਪਿਆਰਿਓ, ਨਿਮਰਤਾ, ਜੇ ਸਾਡੇ ਗੁਰੂਆਂ ਦੀ ਇੰਨੀ ਨਿਮਰਤਾ ਤੇ ਫਿਰ ਸਾਡੇ ਵਿੱਚ ਵੀ ਉਨੀ ਨਿਮਰਤਾ ਹੋਣੀ ਚਾਹੀਦੀ ਆ। ਤੇ ਗੁਰਮੁਖੋ ਜੇ ਕੋਈ ਹੁੰਦਾ ਸਾਡੇ ਵਰਗਾ, ਹੁਣ ਬਾਬੇ ਸ੍ਰੀ ਚੰਦ ਜੀ ਦੇ ਦਾੜਾ ਨਹੀਂ ਸੀ ਹੈਗਾ ਮੁੱਖ ਤੇ ਜੇ ਕੋਈ ਸਾਡੇ ਵਰਗਾ ਹੁੰਦਾ ਤੇ ਉਸੇ ਵੇਲੇ ਨਾਲ ਦੀ ਨਾਲ ਹੀ ਜਵਾਬ ਦੇਣਾ ਸੀ। ਕੀ ਕਹਿਣਾ ਸੀ? ਕਹਿਣਾ ਸੀ ਤੇਰੇ ਤੇ ਹੈ ਨਹੀਂ ਤੇ ਸਾਡਾ ਦਾੜੇ ਨੂੰ ਕਿਉਂ ਨੌਲਦਾ? ਪਰ ਉਹਨਾਂ ਨੇ ਨਿਮਰਤਾ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ। ਫਿਰ 5ਵੇਂ ਪਾਤਸ਼ਾਹ ਨੂੰ ਵੀ ਮਿਲੇ, 6ਵੇਂ ਪਾਤਸ਼ਾਹ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਵੀ ਗੁਰਮੁਖੋ ਚੱਲ ਕੇ ਬਾੜ ਸਾਹਿਬ ਦੀ ਧਰਤੀ ਤੇ ਗਏ ਨੇ। ਜਦੋਂ ਬਾੜ ਸਾਹਿਬ ਦੀ ਧਰਤੀ ਤੇ ਗਏ ਨੇ ਤੇ ਗੁਰਮੁਖੋ ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਆਪਣੇ ਸੇਵਾਦਾਰਾਂ ਨੂੰ ਵੀ ਇਹਨਾਂ ਨੂੰ ਕਹੋ ਅਜੇ ਸਾਡੇ ਕੋਲ ਟਾਈਮ ਹੈ ਨਹੀਂ। ਗੁਰਮੁਖੋ ਬਾਬਾ ਸ੍ਰੀ ਚੰਦ ਜੀ ਜਦ ਕਹਿੰਦੇ ਨੇ ਸਾਡੇ ਕੋਲ ਟਾਈਮ ਹੈ ਨਹੀਂ ਤੇ ਗੁਰੂ ਸਾਹਿਬ ਨੇ ਨਿਮਰਤਾ ਹੀ ਨਹੀਂ ਰੱਖੀ। ਗੁਰੂ ਸਾਹਿਬ ਕਹਿੰਦੇ ਅਸੀਂ ਵੀ ਮਿਲ ਕੇ ਜਾਣਾ, ਜਿੰਨਾ ਟਾਈਮ ਮਰਜ਼ੀ ਲੱਗ ਜਾਵੇ। ਛੇ ਮਹੀਨੇ ਗੁਰਮੁਖੋ 6ਵੇਂ ਪਾਤਸ਼ਾਹ ਬੈਠੇ ਰਹੇ ਨੇ ਉੱਥੇ। 6 ਮਹੀਨਿਆਂ ਬਾਅਦ ਬਾਬਾ ਸ੍ਰੀ ਚੰਦ ਜੀ ਮਿਲੇ ਇਹਨਾਂ ਨੂੰ। ਤੇ ਗੁਰਮੁਖੋ ਆਪਣਾ ਸਾਰਾ ਹੀ ਪਰਿਵਾਰ ਲੈ ਕੇ ਗਏ ਨੇ। ਇਹਨਾਂ ਦੇ 5 ਪੁੱਤਰ ਸੀਗੇ। ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਟਲ ਰਾਏ ਜੀ, ਬਾਬਾ ਸੂਰਜਮਲ ਜੀ ਤੇ ਸਾਰਿਆਂ ਨੂੰ ਛੋਟੇ ਪੁੱਤਰ ਮੇਰੇ ਮਾਲਕ ਧੰਨ ਗੁਰੂ ਤੇਗ ਬਹਾਦਰ ਜੀ ਤੇ ਇੱਕ ਛੋਟੀ ਸੁਪੁੱਤਰੀ ਸੀ ਬੀਬੀ ਵੀਰੋ ਜੀ। ਜਦੋਂ 6 ਮਹੀਨਿਆਂ ਬਾਅਦ ਮਿਲੇ ਤੇ ਬਾਬਾ ਸ੍ਰੀ ਚੰਦ ਜੀ ਬੜੇ ਖੁਸ਼ ਹੋਏ ਕਿ ਇੰਨੀ ਨਿਮਰਤਾ। ਅੱਜ ਕੱਲ ਅਸੀਂ ਕਿਸੇ ਨੂੰ ਮਿਲਣ ਚੱਲ ਜੀਏ ਨਾ ਤੇ ਜੇ ਕੋਈ ਕਵੇ ਮੇਰੇ ਕੋਲ ਟਾਈਮ ਹੈ ਨਹੀਂ, ਪਹਿਲੀ ਗੱਲ ਤੇ ਸਾਡੇ ਕੋਲ ਗੁਰਦੁਆਰੇ ਜਾਣ ਵਾਸਤੇ ਵੀ ਟਾਈਮ ਹੈ ਨਹੀਂ, ਗੁਰੂ ਘਰ ਜਾਣ ਵਾਸਤੇ ਵੀ ਟਾਈਮ ਹੈ ਨਹੀਂ, ਬਾਕੀ ਤੇ ਗੱਲਾਂ ਹੀ ਛੱਡੋ। ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਆ ਸਾਡੇ ਕੋਲ ਉਹਨੂੰ ਮਿਲਣ ਵਾਸਤੇ ਵੀ ਟਾਈਮ ਹੈ ਨਹੀਂ। ਤੇ ਗੁਰਮੁਖੋ 6 ਮਹੀਨੇ ਲੰਘ ਗਏ ਤੇ 6 ਮਹੀਨਿਆਂ ਬਾਅਦ ਬਾਬਾ ਸ੍ਰੀ ਚੰਦ ਜੀ ਮਿਲੇ ਨੇ। ਬਾਬਾ ਸ੍ਰੀ ਚੰਦ ਜੀ ਕਹਿੰਦੇ ਇੰਨਾ ਪਰਿਵਾਰ ਵਧਾਇਆ ਪੁਰਖਾ। ਤੇ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਹੋ ਵੱਡੇ,
ਇਹ ਤੁਹਾਡਾ ਹੀ ਪ੍ਰਤਾਪ ਹੈ, ਤੁਹਾਡੀ ਕਿਰਪਾ ਵਾ। ਇੱਥੇ ਸਾਡਾ ਕੀ ਆ? ਅਜੇ ਦੀਨ ਦੁਨੀਆ ਦੇ ਮਾਲਕ ਸੀਗੇ ਤੇ ਗੁਰਮੁਖੋ ਉਹਨਾਂ ਵੀ ਮੈਂ ਨਹੀਂ ਲਿਆਂਦੀ ਵੀ ਇਹ ਮੇਰੀ ਚੀਜ਼ ਹੈ, ਇਹ ਮੇਰਾ। ਉਹਨੇ ਆਹ ਸਭ ਦੀਨ ਦੁਨੀਆ ਦੇ ਮਾਲਕ ਤੁਸੀਂ ਜੇ, ਇਹ ਸਭ ਕੁਝ ਤੁਹਾਡਾ ਹੀ ਆ, ਸਾਡਾ ਕੁਝ ਨਹੀਂ। ਤੇ ਗੁਰਮੁਖੋ ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਇਹਨਾਂ ਵਿੱਚੋਂ ਸਾਡਾ ਕਿਹੜਾ, ਸਾਨੂੰ ਕਿਹੜਾ ਦਿਓਗੇ? ਇੱਕ ਪੁੱਤਰ ਸਾਨੂੰ ਦੇ ਦਿਓ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਜੀ ਮੰਨ ਲਓ। ਫਿਰ ਬਾਬਾ ਸ੍ਰੀ ਚੰਦ ਜੀ ਨੇ ਬਾਬੇ ਗੁਰਦਿੱਤੇ ਦੇ ਉੱਤੇ ਹੱਥ ਰੱਖਿਆ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਾਰ ਮੰਗਿਆ ਸੋ ਵਾਰ ਦਿੱਤਾ। ਫਿਰ ਗੁਰਮੁਖੋ ਪਿਆਰਿਓ, ਬਾਬਾ ਸ੍ਰੀ ਚੰਦ ਜੀ ਅਦਾਸੀ ਸਾਧੂ ਸਨ ਤੇ ਬਾਬਾ ਗੁਰਦਿੱਤਾ ਨੂੰ ਫਿਰ ਆਪਣੀ ਗੱਦੀ ਦਿੱਤੀ। ਉਹਨਾਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਗੁਰਮੁਖੋ ਇਹ ਰਸਤਾ ਬੜਾ ਔਖਾ। ਸਾਡੇ ਗੁਰੂ ਸਾਹਿਬ ਵੀ ਜਿਨ੍ਹਾਂ ਨੇ ਨਿਮਰਤਾ ਦੇ ਵਿੱਚ ਹੀ ਜੀਵਨ ਲੰਘਾਇਆ, ਜਿਹੜੇ ਦੇਖੋ ਬਾਬਾ ਸ੍ਰੀ ਚੰਦ ਨੂੰ ਮਿਲਣ ਗਏ ਤੇ 6 ਮਹੀਨੇ ਉਡੀਕ ਕੀਤੀ, 6 ਮਹੀਨਿਆਂ ਬਾਅਦ ਮਿਲੇ ਨੇ। ਤੇ ਗੁਰਮੁਖੋ ਫਿਰ ਉਹਨਾਂ ਨੇ ਪਰਮ ਪਦਵੀਆਂ ਤੱਕ ਪਹੁੰਚਣਾ ਸੀ। ਇਸ ਤਰ੍ਹਾਂ ਸਾਡੇ ਵਿੱਚ ਵੀ ਨਿਮਰਤਾ ਹੋਣੀ ਚਾਹੀਦੀ ਆ। ਜਿਹਨੇ ਵੀ ਨਿਮਰਤਾ ਰੱਖੀ ਉਹ ਸੰਸਾਰ ਸਾਗਰ ਤੋਂ ਪਾਰ ਹੋ ਗਿਆ। ਉਹਨੇ ਫਿਰ ਸਭ ਕੁਝ ਹੀ ਪਾਇਆ। ਗੁਰਮੁਖੋ ਪਿਆਰਿਓ, ਜਿਨ੍ਹਾਂ ਨੇ ਭਰੋਸਾ ਰੱਖਿਆ, ਜਿਹੜੇ ਭਰੋਸਾ ਰੱਖਦੇ ਨੇ ਉਹ ਗੁਰਮੁਖੋ ਪਿਆਰਿਓ ਫਿਰ ਪਰਮ ਪਦਵੀ ਤੱਕ ਪਹੁੰਚ ਜਾਂਦੇ ਨੇ। ਆਓ ਪੜ੍ਹ ਲਈਏ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ, ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ, ਉਹਨਾਂ ਨੇ ਸਭ ਕੁਛ ਪਾਇਆ ਏ। ਪਾਇਆ ਏ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ, ਉਹਨਾਂ ਨੇ ਸਭ ਕੁਛ ਪਾਇਆ ਏ। ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ, ਉਹਨਾਂ ਨੇ ਸਭ ਕੁਛ ਪਾਇਆ ਏ। ਨਾ ਆਇਆ ਏ। ਉਹ ਤਾਂ ਗਏ ਜਹਾਨੋਂ ਖਾਲੀ, ਜਿਨ੍ਹਾਂ ਨੂੰ ਸਿਦਕ ਨਾ ਆਇਆ ਏ।
ਆਇਆ ਏ। ਉਹ ਤਾਂ ਗਏ ਜਹਾਨੋਂ ਖਾਲੀ, ਜਿਨ੍ਹਾਂ ਨੂੰ ਸਿਦਕ ਨਾ ਆਇਆ ਏ। ਜਿਨ੍ਹਾਂ ਨੂੰ ਸਿਦਕ ਨਾ ਆਇਆ ਏ। ਉਹ ਤਾਂ ਗਏ ਜਹਾਨੋਂ ਖਾਲੀ, ਜਿਨ੍ਹਾਂ ਨੂੰ ਸਿਦਕ ਨਾ ਆਇਆ ਏ। ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ ਏ, ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਵੀ ਗੁਰਮੁਖੋ ਪਿਆਰਿਓ ਗੁਰੂ ਘਰ ਦੇ ਉੱਤੇ ਸਿਦਕ ਰੱਖਿਆ ਨਾ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ। ਕਿਉਂਕਿ ਜਿਨ੍ਹਾਂ ਨੇ ਵੀ ਭਰੋਸਾ ਰੱਖਿਆ, ਜਿਨ੍ਹਾਂ ਨੇ ਵੀ ਸਿਦਕ ਰੱਖਿਆ, ਅੱਜ ਉਹਨਾਂ ਦਾ ਹੀ ਆਪਾਂ ਨਾਮ ਲੈ ਰਹੇ ਹਾਂ। ਆਓ ਗੁਰਮੁਖੋ, ਆਪਾਂ ਸ਼ਹੀਦੀ ਦਿਹਾੜੇ ਵੀ ਚੱਲ ਰਹੇ ਨੇ। ਪੋਹ ਦੇ ਮਹੀਨੇ ਦੇ ਵਿੱਚ ਇੰਨੀ ਠੰਡ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦਿਆਂ ਨੇ ਗੁਰਮੁਖੋ ਪਿਆਰਿਓ ਸ਼ਹੀਦੀਆਂ ਪਾਈਆਂ। ਆਓ ਵਿਚਾਰ ਸ਼ੁਰੂ ਕਰੀਏ। ਦਸਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਗੁਰਮੁਖੋ 6-7 ਦੀ ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਝੂਠੀਆਂ ਕਸਮਾਂ ਔਰੰਗਜ਼ੇਬ ਦੀਆਂ ਸਰਕਾਰਾਂ ਨੇ, ਔਰੰਗਜ਼ੇਬ ਵਰਗਿਆਂ ਗਊ ਦੀਆਂ ਕਸਮਾਂ ਝੂਠੀਆਂ ਖਾ ਖਾ ਕੇ ਤੇ ਗੁਰਮੁਖੋ ਕਿਲਾ ਖਾਲੀ ਕਰਵਾ ਲਿਆ। ਸਰਸਾ ਤੇ ਵਿਛੋੜਾ ਪਿਆ। ਤਿੰਨਾਂ ਹਿੱਸਿਆਂ 'ਚ ਪਰਿਵਾਰ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਨਾਲ ਨੇ, 5 ਪਿਆਰੇ ਵੀ ਗੁਰੂ ਸਾਹਿਬ ਦੇ ਨਾਲ ਨੇ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇਹ ਵੱਖਰੇ ਹੋ ਗਏ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਤੇ ਭਾਈ ਮਨੀ ਸਿੰਘ ਇਹ ਗੁਰਮੁਖੋ ਪਿਆਰਿਓ ਵੱਖਰੇ ਹੋ ਗਏ। ਤਿੰਨਾਂ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ। ਜਦ ਤਿੰਨਾਂ ਹਿੱਸਿਆਂ 'ਚ ਪਰਿਵਾਰ ਵੰਡਿਆ ਗਿਆ ਤੇ ਭਾਈ ਦਇਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ, ਕਹਿੰਦੇ ਜੀ ਅਸੀਂ ਦੇਖ ਕੇ ਆਈਏ ਛੋਟੇ ਸਾਹਿਬਜ਼ਾਦੇ ਕਿੱਧਰ ਚਲੇ ਗਏ ਨੇ। ਤੇ ਗੁਰੂ ਸਾਹਿਬ ਗੁਰਮੁਖੋ ਪਿਆਰਿਓ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਨੇ, ਕਿਉਂਕਿ ਪਹਿਲਾਂ ਹੀ ਸਭ ਕੁਝ ਗੁਰਮੁਖੋ ਉਹਨਾਂ ਨੂੰ ਪਤਾ ਸੀਗਾ ਵੀ ਆਹ ਹੋਣਾ। ਮਾਤਾ ਜੀਤੋ ਜੀ ਵੀ ਪਹਿਲਾਂ ਹੀ ਚਲਾਣਾ ਕਰ ਗਏ ਸੀਗੇ। ਇੱਕ ਰੰਗੀ ਹੋਈ ਰੂਹ ਸੀਗੀ ਉਹ ਵੀ,
ਉਹਨਾਂ ਨੂੰ ਪਹਿਲਾਂ ਹੀ ਗੁਰਮੁਖੋ ਪਿਆਰਿਓ ਸੁਪਨਾ ਆ ਗਿਆ ਸੀਗਾ। ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ, ਕਹਿੰਦੇ ਆਪਣੇ ਚਾਰੇ ਪੁੱਤਰ, ਕਿਉਂਕਿ ਵੱਡਾ ਪੁੱਤਰ ਬਾਬਾ ਅਜੀਤ ਸਿੰਘ ਜੀ ਜਿਹੜਾ ਸੀਗਾ ਨਾ, ਉਹ ਗੁਰਮੁਖੋ ਪਿਆਰਿਓ ਮਾਤਾ ਸੁੰਦਰੀ ਜੀ ਦੇ ਪੇਟੋਂ ਆਇਆ ਸੀਗਾ। ਜਿਹੜੇ ਛੋਟੇ ਪੁੱਤਰ ਆ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹ ਮਾਤਾ ਜੀਤੋ ਦੇ ਪੇਟੋਂ ਹੋਏ ਸੀਗੇ। ਮਾਤਾ ਜੀਤ ਕੌਰ ਜੀ ਕਹਿੰਦੇ ਨੇ, ਕਹਿੰਦੇ ਮੇਰੇ ਮਾਲਕ, ਮੈਨੂੰ ਇੱਕ ਸੁਪਨਾ ਬੜਾ ਭਿਆਨਕ ਆਇਆ। ਗੁਰੂ ਸਾਹਿਬ ਕਹਿੰਦੇ ਕੀ? ਕਹਿੰਦੇ ਨੇ ਆਪਣੇ ਚਾਰੇ ਲਾਲ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਨੇ ਯੁੱਧ ਕਰਦਿਆਂ, ਤੇ ਛੋਟੇ ਲਾਲ ਜਿਹੜੇ ਆਪਣੇ ਉਹ ਸੂਬੇ ਸਰਹੰਦ ਨੇ ਨੀਹਾਂ ਦੇ ਵਿੱਚ ਚਿਣ ਦਿੱਤੇ ਨੇ, ਉੱਥੇ ਚੜ੍ਹਾਈ ਕਰ ਗਏ ਨੇ। ਤੇ ਮੇਰੇ ਕੋਲ ਇਹ ਸਭ ਕੁਝ ਵੇਖਿਆ ਨਹੀਂ ਜਾਂਦਾ। ਤੁਸੀਂ ਆਪ ਸਮਰੱਥ ਗੁਰੂ ਹੋ, ਜੇ ਸਮੇਂ ਨੂੰ ਟਾਲ ਸਕਦੇ ਜੇ ਤੇ ਸਮੇਂ ਨੂੰ ਟਾਲ ਦਿਓ। ਗੁਰੂ ਸਾਹਿਬ ਗੁਰਮੁਖੋ ਪਿਆਰਿਓ ਟਾਲ ਵੀ ਸਕਦੇ ਸੀ, ਪਰ ਗੁਰੂ ਸਾਹਿਬ ਕਹਿੰਦੇ ਮਾਤਾ ਜੀਤ ਕੌਰ ਜੀ, ਇਸ ਸਮੇਂ ਨੂੰ ਆਪਾਂ ਟਾਲਣਾ ਨਹੀਂ। ਇਹ ਅਕਾਲ ਪੁਰਖ ਵੱਲੋਂ ਧੁਰੋਂ ਹੀ ਡਿਊਟੀਆਂ ਲੱਗੀਆਂ ਨੇ, ਇਹ ਸਭ ਕੁਝ ਹੋ ਕੇ ਹੀ ਰਹੂਗਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਿੱਡਾ ਵੱਡਾ ਦਿਲ ਆ ਗੁਰਮੁਖੋ ਪਿਆਰਿਓ। ਇੱਕ ਸਾਨੂੰ ਪਤਾ ਹੋਵੇ ਵੀ ਸਾਡਾ ਕੋਈ ਬੱਚਾ, ਕੋਈ ਧੀ ਪੁੱਤ ਕੱਲ ਨੂੰ ਆਹ ਗੱਲ ਹੋ ਜਾਣੀ ਆ, ਤੇ ਗੁਰਮੁਖੋ ਪਿਆਰਿਓ ਆਪਾਂ ਉਸ ਰਾਏ ਨਹੀਂ ਜਾਣ ਦਿੰਦੇ। ਪਤਾ ਹੋਵੇ ਸਹੀ ਸਾਨੂੰ ਪਹਿਲਾਂ, ਤੇ ਉਹਨਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਤੇ ਗੁਰੂ ਸਾਹਿਬ ਕਹਿੰਦੇ ਨੇ ਮਾਤਾ ਜੀਤੋ ਜੀ, ਇਹ ਕੁਛ ਟਲਣ ਵਾਲਾ ਨਹੀਂ। ਇਹ ਜੋ ਅਕਾਲ ਪੁਰਖ ਦੀ ਕਿਰਪਾ, ਜੋ ਅਕਾਲ ਪੁਰਖ ਨੇ ਡਿਊਟੀਆਂ ਧੁਰੋਂ ਲਾਈਆਂ, ਉਹ ਹੋ ਕੇ ਹੀ ਰਹਿਣਾ। ਫਿਰ ਹੋਇਆ ਵੀ ਸਾਰਾ ਕੁਝ। ਮਾਤਾ ਜੀਤੋ ਜੀ ਗੁਰਮੁਖੋ ਪਿਆਰਿਓ ਉੱਥੇ ਫਿਰ ਸਰੀਰ ਛੱਡ ਗਏ, ਉੱਥੋਂ ਹੀ ਫਿਰ ਸੱਚਖੰਡ ਨੂੰ ਚਲੇ ਗਏ। ਮਾਤਾ ਜੀਤੋ ਜੀ ਕਹਿੰਦੇ ਮੇਰੇ ਕੋਲ ਇਹ ਦੁੱਖ ਨਹੀਂ ਵੇਖਿਆ ਜਾਣਾ। ਮਾਤਾ ਸੁੰਦਰ ਕੌਰ ਜੀ ਦੀ ਝੋਲੀ ਦੇ ਵਿੱਚ, ਮਾਤਾ ਗੁਜਰ ਕੌਰ ਜੀ ਦੀ ਝੋਲੀ ਦੇ ਵਿੱਚ ਪਾ ਗਏ ਨੇ ਛੋਟੇ ਸਾਹਿਬਜ਼ਾਦਿਆਂ ਨੂੰ। ਮਾਤਾ ਗੁਜਰ ਕੌਰ ਜੀ ਨੂੰ ਵੀ ਸਭ ਕੁਝ ਪਤਾ ਹੀ ਸੀ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਦੁੱਖ ਝੱਲਾਂਗੇ। ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਛੋਟੇ ਸਾਹਿਬਜ਼ਾਦੇ ਗੁਰਮੁਖੋ ਇੱਕ ਕੰਮੋਂ ਮਾਸ਼ਕੀ ਹੋਇਆ। ਉਹਨੇ ਛਪਰੀ ਬਣਾਈ, ਉਹਦੀ ਛਪਰੀ ਦੇ ਵਿੱਚ ਪਹੁੰਚ ਗਏ ਨੇ। ਉੱਥੇ ਸਮਾਂ ਕੱਟਿਆ ਤੇ ਗੰਗੂ ਨੂੰ ਗੁਰਮੁਖੋ ਪਤਾ ਲੱਗ ਗਿਆ। ਗੰਗੂ ਵੀ ਲੱਭਦਾ ਲੱਭਦਾ ਤੇ ਚਲੇ ਗਿਆ। ਜਦ ਗੰਗੂ ਗਿਆ ਤੇ ਗੰਗੂ ਨੇ ਵੇਖਿਆ ਵੀ ਕੰਮੋਂ ਮਾਸ਼ਕੀ ਮਾਤਾ ਗੁਜਰ ਕੌਰ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਛਪਰੀ ਦੇ ਵਿੱਚ ਬਿਠਾਲ ਕੇ ਬੈਠੇ ਨੇ। ਪ੍ਰਸ਼ਾਦਾ ਪਾਣੀ ਵੀ ਛਕਾਇਆ ਕੰਮੋਂ ਮਾਸ਼ਕੀ ਨੇ, ਸੇਵਾ ਪਾਣੀ ਕੀਤੀ ਮਾਤਾ ਜੀ ਦੀ, ਛੋਟੇ ਸਾਹਿਬਜ਼ਾਦਿਆਂ ਦੀ। ਇਹ ਜਦੋਂ ਗੰਗੂ ਗਿਆ ਤੇ ਗੰਗੂ ਨੇ ਵੇਖਿਆ ਮਾਤਾ ਜੀ ਨੂੰ ਫਤਿਹ ਬੁਲਾਈ ਤੇ ਕੰਮੋਂ ਮਾਸ਼ਕੀ ਨੂੰ ਆਂਦਾ ਮਾਤਾ ਜੀ ਨੂੰ ਮੈਂ ਲੈ ਚੱਲਦਾ, ਕਿਉਂਕਿ ਇਹਨਾਂ ਮਗਰ ਫੌਜਾਂ ਬਹੁਤ ਲੱਗੀਆਂ ਨੇ। ਛੋਟੇ ਸਾਹਿਬਜ਼ਾਦਿਆਂ ਨੂੰ ਵੀ ਫੌਜਾਂ ਲੱਭਦੀਆਂ ਫਿਰਦੀਆਂ ਨੇ।
ते कम्मों माशकी ने हुण इस चीज़ का थोड़ा पता ही भी ये लालची है। ये गुरमुखो गुरु घर का सेवादार बहुत वड्डा सीगा। गुरु गोबिंद सिंह जी का रसोईया सीगा। ये फिर लैके छोटे साहिबजादियां ते माता गुजर कौर जी नूं अपने घर आ गया। इन्हें गुरमुखो माता जी ने जी सोने दियां मोहरां वाली गुथली रखी सी ना, रात सुते पे ने माता जी ते छोटे साहिबजादे। इन्हें वो मोहरां वाली गुथली चक ली ते माता जी जद जाग आई ना, माता जी कहंदे गंगू पुत्रा तू साडा पुत्तर आ, तू गुरु घर दी इन्ना चिर सेवा कीती, जे तैनू किसी चीज़ की लोड़ सी तू साडे कोलों मंग लैनो। इन्हें मोहरां वाली गुथली तां लगा ली ते माता जी नूं कहंदा तुसीं की कह रहे हो। माता जी कहंदे चल कोई नहीं पुत्रा, जे तू मोहरां वाली गुथली लै भी लई आ, मोहरां वाली थैली तू रख भी लई अपने कोल, कोई गल नहीं कि तू भी साडा पुत्तर आ। ते जिहड़ा गुरमुखो चोर आ वो मनदा नहीं हुंदा। ये उदों ही मनदा फिर जो जुगत डंडा प्रतीत हो जाए, उस तरह नहीं मनदा। इन्हें फिर माता जी नूं कहा तुसीं मैनूं बदनाम कर रहे हो, तुसीं मेरा झूठा नाम ला रहे हो। मैं कोई मोहरां वाली थैली नहीं चक्की। जे तुसीं मैनूं चोर बनाउंदे हो ना, मैं तुहाडे गुरु घर दी इन्ना चिर तुहाडी सेवा कीती, तुसीं मैनूं आह फल दिता, हुण मैं तुहानूं जरूर फड़ाऊंगा। हुण तुसीं मेरे घर जे, तुसीं इत्थों किते जा नहीं सकदे। हुण मैं तुहानूं मरिंडे थाणे दे विच फड़वाऊंगा। ये गुरमुखो मरिंडे थाणे दे विच चले गया। जानी खां मानी खां दोवें थाणेदार ने। माता जी ने बथेरा इनू कहा कि गंगूआ एडा कहर ना कमा, एडा पाप ना कर, पर यह नहीं हटिया। आओ गुरमुखो पढ़ लीए दो में। ऐसा ना तू कहर कमावी गंगूआ, छोटे छोटे लाल ना पड़ावी गंगूआ। ऐसा ना तू कहर कमावी गंगूआ, छोटे छोटे लाल ना पड़ावी गंगूआ। छोटे छोटे लाल ना पड़ावी गंगूआ। ऐसा ना तू कहर कमावी गंगूआ, छोटे छोटे लाल ना पड़ावी गंगूआ।
गुरमुखो ये नहीं टलिया। गुरु घर की सेवा भी बड़ा चिर की, पर जांदियां जांदियां आह दाग लवा लिया। ते गुरमुखो अज आपां नूं चंगा कह के नहीं बुलाउंदे, क्योंकि काम बड़ा माड़ा कीता। छोटे साहिबजादे एक 9 साल की उम्र, एक 7 साल की उम्र आ, ते किड्डा वड्डा पाप कीता। मरिंडे जाके दरखास्त देती, जानी खां मानी खां थानेदार ने ये आके घेरा पा लिया। इन्हों ने घेरा पा के गुरमुखों प्यारे छोटे साहिबजादियां ते माता जी नूं गिरफ्तार कर लिया। गिरफ्तार करके लै गए ने। दस पोह नूं गुरमुखों वजीदे की कचहरी में पेश किया। ते वजीदे ने भी गुरमुखों कोई चंगा काम नहीं किया, क्योंकि राजा जिहड़ा आपां बनाउने आ ना, राजा बनाने आपां सुख वास्ते, ते जे राज भाग उहदे को होने दे बावजूद ते प्रजा नूं दुखी करे, ते फिर गुरमुखो उहदे राज भाग दा कोई फायदा नहीं। उहनूं फिर कोई चंगा नहीं कहंदा, लानतां ही पैंदियां ने बाद विच। ये गुरमुखो वजीदे की कचहरी दे विच पेश किया। इतिहास दसदा इन्हां दीयां बाहां छोटे साहिबजादियां दे पिछे बन लियां। इन्हां दे छोटे छोटे बच्चे मुसलमानां दे गुरमुखों गलेला नाल रोड़े मारदे ने छोटे साहिबजादियां नूं। बाबा फतेह सिंह की अख दे विच गुरमुखों प्यारिओ इतिहास दसदा रोड़ा वज गया। बाहां पिछे बधियां ने, साडी अख दे विच गुरमुखों मच्छर भी पै जे ना, ते आपां कई चिर वो रड़क पैंदी है तो मलदे रहिने आपां। ते 7 साल की उम्र आ, ते अख तक हथ नहीं जांदा। दस पोह नूं पेश किया। वजीदे ने बड़े लालच दिते ने, पर छोटे साहिबजादे कहंदे असीं धर्म नहीं अपना छड्ड सकदे। ग्यारह पोह नूं फिर पेशी की। माता जी ने, माता गुजर कौर जी ने गुरमुखों प्यारे तैयार करके छोटे साहिबजादियां नूं भेजिया। जद गुरमुखों प्यारिओ छोटे साहिबजादियां नूं भेजिया, तो छोटे साहिबजादियां नूं कहिंदे रस्ते दे विच जांदे जांदे कहिंदे ने, फौजदार कहिंदे ने वजीदे नूं जाके सीस झुकायो। ते छोटे साहिबजादे कहिंदे नहीं, ये गल नहीं हो सकती। इन्हां ने गुरमुखों वड्डा गेट बंद करके ते छोटे गेट थाणी नगाया छोटे साहिबजादियां नूं भी सिर सीस नीवा करके लंघणगे ते रौला पा दिओ कि छोटे साहिबजादियां ने वजीदे नूं सीस झुका दिता। बोलो सतनाम श्री वाहिगुरू। इस तरह के पापी गुरमुखो, पर छोटे साहिबजादे क्योंकि उम्र छोटी सी पर सियाणप बहुत वड्डी सी, हौसला नहीं सी हारदे।
ਕਿੰਨੀਆਂ ਕਿੰਨੀਆਂ ਗੁਰਮੁਖੋ ਤਕਲੀਫਾਂ ਝੱਲੀਆਂ ਤੇ ਉਹਨਾਂ ਹੌਸਲਾ ਨਹੀਂ ਹਾਰਿਆ। ਤੇ ਅੱਜ ਆਪਾਂ ਵੋਟਾਂ ਦੇ ਸਮਝੌਤੇ ਦੇ ਵਿੱਚ ਨਿੱਕੀ ਜੀ ਗੱਲੋਂ ਡੋਲ ਕੇ ਆਉ ਜਾਂਦੇ ਆ। ਆਪਣਾ ਹੱਕ ਸਮਝਦੇ ਨਹੀਂ ਪਿਆ, ਸਾਡਾ ਹੱਕ ਕੀ ਆ। ਉਹਨਾਂ ਸਾਨੂੰ ਸਾਡੇ ਹੱਕ ਦਿਵਾਏ ਆ, ਪਰ ਅਸੀਂ ਉਹਨਾਂ ਦੱਸੇ ਹੋਏ ਪਾਏ ਹੋਏ ਪੂਰਨਿਆਂ ਤੇ ਨਹੀਂ ਚੱਲੇ। ਅਸੀਂ ਆਪਣਾ ਹੱਕ ਨਹੀਂ ਲੈ ਸਕਦੇ, ਕਿਉਂਕਿ ਸਾਨੂੰ ਸਾਡੇ ਹੱਕ ਦਾ ਪਤਾ ਹੀ ਨਹੀਂ ਵੀ ਸਾਡਾ ਹੱਕ ਕੀ ਆ। ਵੋਟਾਂ ਦੇ ਸਮਝੌਤੇ ਕਰਕੇ ਤੇ ਗੁਰਮੁਖੋ ਪਿਆਰਿਓ ਵੋਟਾਂ ਪਾ ਕੇ ਤੇ ਰਾਜਾ ਬਣਾ ਦਿੰਦੇ ਆ, ਮੁੜ ਕੇ ਭਾਵੇਂ ਸਾਨੂੰ 5 ਸਾਲ ਡਾਂਗ ਹੀ ਫੇਰੀ ਚੱਲੇ। ਤੇ 5 ਸਾਲਾਂ ਬਾਅਦ ਫੇਰ ਹੀ ਉਹੀ ਕੰਮ। ਇਹ ਜਦੋਂ ਗੁਰਮੁਖੋ ਪਿਆਰਿਓ ਛੋਟੇ ਗੇਟ ਥਾਣੀ ਲੰਘੇ ਨੇ, ਛੋਟੇ ਸਾਹਿਬਜ਼ਾਦੇ ਇਹਨਾਂ ਨੇ ਸੀਸ ਨਹੀਂ ਨਗਾਇਆ ਪਹਿਲਾਂ ਆਪਣਾ ਅੱਗੇ। ਇਹਨਾਂ ਨੇ ਗੁਰਮੁਖੋ ਆਪਣੇ ਪੈਰਾਂ ਦੀਆਂ ਜੁੱਤੀਆਂ ਆਇਆ ਕਰਕੇ ਨਗਾਈਆਂ। ਤੇ ਵਜੀਦਾ ਅੱਗ ਬਰੂਲਾ ਹੋ ਗਿਆ। ਕਹਿੰਦਾ ਇਹ ਛੋਟੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਇਹੀ ਨਹੀਂ ਮੰਨਦੇ। ਨਾ ਸੁੱਚਾ ਆਨੰਦ ਨੂੰ ਕਿਹਾ, ਕਹਿੰਦਾ ਸੁੱਚਾ ਆਨੰਦ ਇਹਨਾਂ ਨੂੰ ਆਪਾਂ ਸ਼ਹੀਦ ਕਰਨਾ। ਸ਼ਹੀਦ ਤੇ ਗੁਰਮੁਖੋ ਪਿਆਰਿਓ ਕਹਿੰਦੇ ਨਹੀਂ ਸੀ ਵਾਹਿਗੁਰੂ, ਕਹਿੰਦੇ ਇਹਨਾਂ ਦੋਵਾਂ ਬੱਚਿਆਂ ਨੂੰ ਆਪਾਂ ਛੱਡਣਾ ਨਹੀਂ, ਮਾਰ ਦੇਣਾ। ਤੇ ਗੁਰਮੁਖੋ ਸੁੱਚਾ ਆਨੰਦ ਕਹਿੰਦਾ ਸਾਡੀ ਸ਼ਰ੍ਹਾ ਦੇ ਵਿੱਚ ਇਹ ਲਿਖਿਆ ਨਹੀਂ ਕਿਤੇ ਕਿ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਸ਼ਹੀਦ ਕਰੀਏ, ਜਾਨੋਂ ਮਾਰ ਦਈਏ। ਫਿਰ ਇਹਨਾਂ ਗੁਰਮੁਖੋ ਪਿਆਰਿਓ ਸਲਾਹ ਬਣਾਈ ਵੀ ਇਹਨਾਂ ਨੂੰ ਇਸ ਤਰ੍ਹਾਂ ਨੀਹਾਂ ਦੇ ਵਿੱਚ ਚਿਣ ਦਈਏ। ਮਲੇਰਕੋਟਲੇ ਦਾ ਨਵਾਬ ਗੁਰਮੁਖੋ ਪਿਆਰਿਓ, ਜਿਹਦਾ ਭਰਾ ਜੰਗਾਂ ਯੁੱਧਾਂ ਦੇ ਵਿੱਚ ਇਹਨਾਂ ਦਾ ਫੌਜਦਾਰ ਸੀਗਾ, ਤੇ ਗੁਰੂ ਗੋਬਿੰਦ ਸਿੰਘ ਦੀ ਖਾਲਸਿਆਂ ਨੇ ਸ਼ਹੀਦ ਮਾਰ ਦਿੱਤਾ ਉਹਨੂੰ, ਜੰਗਾਂ ਯੁੱਧਾਂ 'ਚ ਮਾਰਿਆ ਗਿਆ। ਤੇ ਵਜੀਦਾ ਕਹਿੰਦਾ ਮਲੇਰਕੋਟਲਾ ਨਵਾਬ, ਤੇਰਾ ਭਰਾ ਸ਼ਹੀਦ ਕੀਤਾ, ਤੇਰਾ ਭਰਾ ਮਾਰ ਦਿੱਤਾ ਇਹਨਾਂ ਨੇ, ਜੰਗਾਂ ਯੁੱਧਾਂ ਦੇ ਵਿੱਚ ਮਾਰਿਆ ਗਿਆ, ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ, ਤੂੰ ਇਹਨਾਂ ਕੋਲੋਂ ਬਦਲਾ ਲੈ। ਤੇ ਗੁਰਮੁਖੋ ਨਵਾਬ ਮਲੇਰਕੋਟਲੇ ਦਾ ਨਵਾਬ ਕਹਿੰਦਾ ਜੇ ਮੈਂ ਬਦਲਾ ਲੈਣਾ ਹੋਊਗਾ ਨਾ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਆਪੇ ਹੀ ਲੈ ਲਊਂ। ਇਹ ਛੋਟੇ ਛੋਟੇ ਬੱਚਿਆਂ ਨੇ ਸਾਡਾ ਕੀ ਗਵਾਇਆ, ਇਹਨਾਂ ਨੂੰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਇਹ ਗੁਰਮੁਖੋ ਵਜੀਦੇ ਨੂੰ ਗੁੱਸਾ ਆਇਆ ਵੀ ਮੇਰੇ ਆਖੇ, ਮੇਰਾ ਮੰਤਰੀ ਸ਼ੰਤਰੀ ਹੋਣ ਦੇ ਬਾਵਜੂਦ ਵੀ ਇਹ ਮੇਰੇ ਆਖੇ ਨਹੀਂ ਲੱਗਦਾ। ਗੁਰੂ ਸਾਹਿਬ ਕਹਿੰਦੇ ਜੇ ਤੂੰ ਕਹਿਣਾ ਨਾ ਵੀ ਨਹੀਂ ਸ਼ਹੀਦ ਕਰਨਾ ਇਹਨਾਂ ਨੂੰ, ਨਹੀਂ ਆਪਾਂ ਮੌਤ ਦੇ ਘਾਟ ਉਤਾਰਨਾ, ਆਪਾਂ ਤੇ ਇਹਨਾਂ ਨੂੰ ਨੀਹਾਂ ਚਿਣ ਕੇ ਸ਼ਹੀਦ ਕਰਾਂਗੇ। ਇਹ ਗੁਰਮੁਖੋ ਪਿਆਰਿਓ ਫਿਰ ਇਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ। ਜਦ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਤੇ ਗੁਰਮੁਖੋ ਪਿਆਰੇ ਜਦੋਂ ਗੋਡਿਆਂ ਤੱਕ ਕੰਧ ਖੜਦੇ ਆ ਨਾ ਤੇ ਕੰਧ ਡਿੱਗ ਪੈਂਦੀ ਆ, ਮਿਸਤਰੀ ਘੜ ਘੜ ਕੇ ਇੱਟਾਂ ਲਾਉਂਦਾ ਤੇ ਛੋਟੇ ਸਾਹਿਬਜ਼ਾਦੇ ਕਹਿੰਦੇ ਨੇ, ਨਾਲੇ ਤੇ ਜਨਕਾਰੇ ਲਾਉਂਦੇ ਨੇ ਤੇ ਨਾਲੇ ਕਹਿੰਦੇ ਮਿਸਤਰੀਆ ਇਹਨਾਂ ਇੱਟਾਂ ਨੂੰ ਘੜਨਾ, ਇੱਥੇ ਤਾਂ ਬਹੁਤ ਵੱਡੇ ਵੱਡੇ ਸਥਾਨ ਬਣਨੇ ਨੇ, ਇੱਥੇ ਬਹੁਤ ਵੱਡੇ ਵੱਡੇ ਨਿਸ਼ਾਨ ਸਭ ਝੂਲਣੇ ਨੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਵੇਖੋ ਗੁਰਮੁਖੋ ਪਿਆਰਿਓ, ਜਿਨ੍ਹਾਂ ਨੇ ਧਰਮ ਦੇ ਲੇਖੇ ਜ਼ਿੰਦਗੀ ਲਾਤੀ, ਧਰਮ ਦੇ ਉੱਤੋਂ ਜਾਨਾਂ ਵਾਰ ਦਿੱਤੀਆਂ ਸੰਸਾਰ ਦੇ ਉੱਤੋਂ, ਉਹਨਾਂ ਦੇ ਆਪਾਂ ਦਿਨ ਮਨਾ ਰਹੇ, ਉਹਨਾਂ ਦੇ ਆਪਾਂ ਨਾਮ ਲੈ ਰਹੇ ਹਾਂ। ਮੋਤੀ ਮਹਿਰਾ ਜੀ ਵੇਖੋ ਗੁਰਮੁਖੋ, ਕਿੰਨੀ ਸੇਵਾ ਕੀਤੀ ਉਹਨੇ ਵੀ। ਉਹ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਗੁਰਮੁਖੋ ਦੁੱਧ ਪਿਆਉਂਦਾ ਰਿਹਾ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਆਉਂਦਾ ਰਿਹਾ। ਇਹ ਮੋਤੀ ਰਾਮ ਮਹਿਰਾ ਜਿਹੜਾ ਸੀ ਗੁਰਮੁਖੋ, ਇਹ ਵੀ ਵਜੀਦੇ ਦੀ ਸਰਕਾਰ ਦੇ ਵਿੱਚ ਫੌਜਦਾਰ ਸੀ, ਨੌਕਰੀ ਕਰਦਾ ਸੀਗਾ। ਇਹ ਗੁਰਮੁਖੋ ਫੌਜ ਨੂੰ ਲੰਗਰ ਪ੍ਰਸ਼ਾਦਾ ਬਣਾ ਕੇ ਛਕਾਉਂਦੇ ਸੀਗੇ। ਇੱਕ ਮੋਤੀ ਰਾਮ ਤੇ ਇੱਕ ਗੁਰਮੁਖੋ ਪਿਆਰਿਓ ਗੰਗੂ ਦਾ ਭਰਾ ਸੀਗਾ, ਜਿਹੜਾ ਉਹ ਵੀ ਵਜੀਦੇ ਦੀ ਫੌਜ ਦੇ ਵਿੱਚ ਨੌਕਰੀ ਕਰਦਾ ਸੀਗਾ। ਉਹਦਾ ਨਾਂ ਸੀਗਾ ਪੰਮਾ। ਤੇ ਇਹ ਗੁਰਮੁਖੋ ਪੰਮਾ ਤੇ ਮੋਤੀ ਰਾਮ ਮਹਿਰਾ ਗੁਰਮੁਖੋ ਪਿਆਰਿਓ ਦੋਵੇਂ ਇਕੱਠੇ ਹੀ ਸਾਰੀ ਫੌਜ ਨੂੰ ਲੰਗਰ ਪ੍ਰਸ਼ਾਦਾ ਬਣਾ ਕੇ ਛਕਾਉਂਦੇ ਸੀਗੇ। ਤੇ ਵਜੀਦਾ ਕਹਿੰਦਾ ਹੋਵੇ ਨਾ ਤੇ ਲੰਗਰ ਪ੍ਰਸ਼ਾਦਾ ਇਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਛਕਾਓ ਤੇ ਵਿੱਚ ਜ਼ਹਿਰ ਪਾ ਦਿਓ। ਇਹ ਗੁਰਮੁਖੋ ਮੋਤੀ ਰਾਮ ਮਹਿਰੇ ਨੂੰ ਜ਼ਹਿਰ ਪਾ ਕੇ ਖਾਣੇ ਦੇ ਵਿੱਚ ਤੇ ਭੇਜ ਦਿੱਤਾ ਲਿਖ ਕੇ। ਤੇ ਪਰ ਮੋਤੀ ਮਹਿਰਾ ਜਿਹੜਾ ਸੀ ਨਾ, ਇਹ ਵੀ ਗੁਰਮੁਖੋ ਪਿਆਰਿਓ ਦਿਲੋਂ ਗੁਰੂ ਘਰ ਦਾ ਸ਼ਰਧਾਲੂ ਬਹੁਤ ਸੀਗਾ। ਕਿਉਂਕਿ ਪੰਜਾਂ ਪਿਆਰਿਆਂ ਦੇ ਵਿੱਚ ਇਹਨਾਂ ਦੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਹੋਏ ਨੇ ਮੋਤੀ ਰਾਮ ਦੇ। ਕਿਉਂਕਿ ਗੁਰਮੁਖੋ ਪਿਆਰਿਓ ਪੰਜਾਂ ਪਿਆਰਿਆਂ ਦੇ ਵਿੱਚ ਉਹਨਾਂ ਦਾ ਨਾਮ ਤਾਂ ਹੀ ਆਇਆ ਨਾ, ਜੇ ਘਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਊਗਾ। ਤੇ ਜੇ ਘਰ ਦੇ ਵਿੱਚ ਸਿੱਖੀ ਹੋਊ ਤਾਂ ਹੀ ਪੰਜਾਂ ਪਿਆਰਿਆਂ 'ਚ ਆਏ ਨਾ ਉਹ। ਇਹ ਮੋਤੀ ਰਾਮ ਮਹਿਰੇ ਨੂੰ ਭੇਜ ਦਿੱਤਾ। ਜਦ ਮੋਤੀ ਰਾਮ ਮਹਿਰੇ ਨੂੰ ਭੇਜਿਆ ਤੇ ਮੋਤੀ ਰਾਮ ਮਹਿਰਾ ਮਾਤਾ ਜੀ ਨੂੰ ਜਾ ਕੇ ਮਿਲਿਆ, ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ, ਜਾ ਕੇ ਦੱਸ ਦਿੱਤੀ ਸਾਰੀ ਗੱਲ। ਕਹਿੰਦਾ ਮਾਤਾ ਜੀ ਤੁਹਾਨੂੰ ਵੀ ਪਤਾ ਮੇਰੇ ਚਾਚਾ ਜੀ ਹਿੰਮਤ ਸਿੰਘ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਨੇ। ਅਸੀਂ ਦਿਲੋਂ ਗੁਰੂ ਘਰ ਨਾਲ ਪਿਆਰ ਰੱਖਦੇ ਹਾਂ ਤੇ ਤੁਹਾਡੇ ਖਾਣੇ ਦੇ ਵਿੱਚ ਜ਼ਹਿਰ ਪਾ ਕੇ ਵਜੀਦੇ ਨੇ ਭੇਜੀ ਆ। ਮਾਤਾ ਜੀ ਕਹਿੰਦੇ ਗੰਗੂਆ ਵਾਪਸ ਲੈ ਜਾ, ਆਪਾਂ ਇਹ ਨਹੀਂ ਛਕ ਸਕਦੇ। ਗੰਗੂ ਨੇ ਰਸਤੇ ਦੇ ਵਿੱਚ ਹੀ ਗਾਂਹ ਪਛਾਂ ਕਰਕੇ ਉਹ ਖਾਣਾ ਡੋਲ ਦਿੱਤਾ। ਗੰਗੂ ਦਾ ਗੁਰਮੁਖੋ ਵਾਹਿਗੁਰੂ ਮੋਤੀ ਮਹਿਰੇ ਦਾ ਮਨ ਬੜਾ ਉਦਾਸ ਆ ਵੀ ਕਿਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਦੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਮੈਂ ਸੇਵਾ ਕਰਾਂ। ਇਹ ਘਰ ਚਲੇ ਗਿਆ। ਜਦ ਘਰ ਚਲਿਆ ਗਿਆ ਤੇ ਘਰ ਜਾ ਕੇ ਗੁਰਮੁਖੋ ਪਿਆਰਿਓ ਅਥਰੂ ਸੁੱਟੀ ਜਾਂਦਾ। ਘਰ ਜਾ ਕੇ ਰੋਈ ਜਾਂਦਾ। ਤੇ ਇਹਨਾਂ ਦੀ ਮਾਤਾ ਜਿਹਦੇ ਨਾਮ ਮਾਤਾ ਲੱਧੋ ਜੀ ਸੀਗਾ, ਪਿਤਾ ਦੇ ਨਾਮ ਸੀ ਪਿਤਾ ਹਰਾ ਸਿੰਘ ਜੀ, ਤੇ ਘਰ ਵਾਲੀ ਦੇ ਨਾਂ ਸੀ ਬੀਬੀ ਭੋਈ ਜੀ। ਇਹ ਘਰ ਜਾ ਕੇ ਗੁਰਮੁਖੋ ਬੜਾ ਉਦਾਸ ਅਥਰੂ ਸੁੱਟੀ ਜਾਂਦਾ। ਜਦ ਅਥਰੂ ਸੁੱਟੀ ਜਾਂਦਾ ਤੇ ਮਾਤਾ ਲੱਧੋ ਜੀ ਨੇ ਪੁੱਛਿਆ, ਕਹਿੰਦੀ ਪੁੱਤਰ ਕੀ ਗੱਲ, ਅੱਜ ਤੂੰ ਬੜਾ ਉਦਾਸ ਆ, ਅਥਰੂ ਸੁੱਟੀ ਜਾਣਾ, ਕੀ ਗੱਲ ਆ, ਸਾਨੂੰ ਗੱਲ ਤਾਂ ਦੱਸ। ਕਹਿੰਦਾ ਮਾਤਾ ਜੀ ਕੀ ਦੱਸਾਂ, ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ
ਵਜੀਦੇ ਦੀ ਸਰਕਾਰ ਨੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਤੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਮੈਨੂੰ ਭੇਜਿਆ ਉੱਥੇ। ਉਹਨਾਂ ਦੇ ਉੱਤੇ ਨਾ ਕੋਈ ਲੀੜਾ, ਨਾ ਕੋਈ ਕੱਪੜਾ, ਨਾ ਉੱਥੇ ਬਿਸਤਰਾ, ਤੇ ਠੰਡ ਬਹੁਤ ਆ। ਕਿਉਂਕਿ ਗੁਰਮੁਖੋ ਜਦੋਂ ਆਪਾਂ ਘਰਾਂ ਤੋਂ ਨਿਕਲਦੇ ਆ ਨਾ, ਚਾਹੇ ਰਾਤ ਨੂੰ ਵੀ ਓੜ ਪੋੜ ਕਰਦੇ ਆ, ਵੀ ਕੰਬਲ ਵਿਛਾਉਨੇ ਆ ਥੱਲੇ, ਤਲਾਈ ਵਿਛਾਉਨੇ ਆ, ਰਜਾਈ ਲੈਨੇ, ਰਜਾਈ ਦੇ ਉੱਤੇ ਕੰਬਲ, ਹੀਟਰ ਗਰਮ ਲਾਉਨੇ ਅੰਦਰਾਂ 'ਚ। ਤੇ ਉਹ ਗੁਰਮੁਖੋ ਛੋਟੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜਿਨ੍ਹਾਂ ਇੰਨੀ ਠੰਡ ਦੇ ਵਿੱਚ ਸਮਾਂ ਗੁਜ਼ਾਰਿਆ। ਇਹ ਮੋਤੀ ਰਾਮ ਮਹਿਰਾ ਜੀ ਘਰ ਜਾ ਕੇ ਇਸ ਤਰ੍ਹਾਂ ਜਦੋਂ ਦੱਸਦੇ ਆ ਨਾ, ਤੇ ਮੋਤੀ ਰਾਮ ਮਹਿਰਾ ਜੀ ਕਹਿੰਦੇ, ਮਾਤਾ ਜੀ ਮੈਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਕਰਨੀ ਚਾਹੁੰਦਾ। ਤੇ ਇਧਰੋਂ ਵਜੀਦੇ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਇਹਨਾਂ ਨੂੰ ਖਾਣਾ ਕੋਈ ਫੜਾਉਂਦਾ, ਖਾਣਾ ਛਕਾਉਂਦਾ, ਕੋਈ ਦੁੱਧ ਪਿਆਉਂਦਾ, ਕੋਈ ਵੀ ਇਹਨਾਂ ਦੀ ਪੁੱਛ-ਗਿੱਛ ਕਰਦਾ ਹੋਵੇ ਤੇ ਉਹਦੇ ਟੋਟੇ ਟੋਟੇ ਕਰ ਦੇਣੇ, ਕੋਲੂ 'ਚ ਪੀੜ ਦੇਣਾ। ਤੇ ਇਧਰੋਂ ਗੁਰਮੁਖੋ ਗੰਗੂ ਦਾ ਭਰਾ ਪੰਮਾ ਜਿਹੜਾ ਸੀਗਾ, ਇਹ ਵੀ ਪਹਿਲਾਂ ਆਪਾਂ ਵਿਚਾਰ ਕੀਤੀ ਆ ਵੀ ਉਹ ਵੀ ਉੱਥੇ ਨੌਕਰੀ ਕਰਦਾ ਸੀਗਾ ਮੋਤੀ ਰਾਮ ਮਹਿਰੇ ਦੇ ਨਾਲ। ਉਹਨੇ ਵਜੀਦੇ ਕੋਲ ਗੁਰਮੁਖੋ ਸ਼ਿਕਾਇਤ ਕਰ ਦਿੱਤੀ ਮੋਤੀ ਰਾਮ ਮਹਿਰੇ ਦੀ ਵੀ ਇਹ ਛੋਟੇ ਸਾਹਿਬਜ਼ਾਦਿਆਂ ਕੋਲ ਵੀ ਜਾਂਦਾ ਤੇ ਇਹ ਉਹਨਾਂ ਨੂੰ ਦੁੱਧ ਵੀ ਪਿਆਉਂਦਾ। ਕਿਉਂਕਿ ਮੋਤੀ ਰਾਮ ਮਹਿਰੇ ਨੇ ਗੁਰਮੁਖੋ ਜਾਨ ਹਥਿਆਲੀ ਤੇ ਧਰ ਕੇ ਨਾ ਪਰਵਾਹ ਨਹੀਂ ਕੀਤੀ ਵਜੀਦੇ ਦੀ ਸਰਕਾਰ ਦੀ, ਵਜੀਦੇ ਦੀ। ਤੇ ਘਰ ਦੀ ਦੇ ਆਪਣੀ ਦੇ ਮਾਤਾ ਭੋਈ ਜੀ ਦੇ ਸਾਰੇ ਗਹਿਣੇ ਵੇਚ ਕੇ, ਘਰ ਦਾ ਆਮ ਸਮਾਨ ਵੇਚ ਕੇ, ਤੇ ਜਿਹੜੇ ਠੰਡੇ ਬੁਰਜ ਦੇ ਗਾੜੀ ਗੁਰਮੁਖੋ ਪਿਆਰਿਓ ਸਿਕਿਉਰਿਟੀ ਗਾਰਡ ਸੀਗੇ ਨਾ, ਜਿਹੜੇ ਰਾਖੀ ਰੱਖਦੇ ਸੀ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਦੀ, ਵੀ ਇੱਥੇ ਕੋਈ ਲੰਘੇ ਨਾ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਫੜਾਉਣ ਵਾਸਤੇ। ਉਹਨਾਂ ਨੂੰ ਫਿਰ ਸਾਰਿਆਂ ਨੂੰ ਖਰੀਦਿਆ ਮੋਤੀ ਰਾਮ ਮਹਿਰੇ ਨੇ, ਲਾਲਚ ਦਿੱਤਾ। ਤੇ ਗੁਰਮੁਖੋ ਮੋਤੀ ਰਾਮ ਮਹਿਰੇ ਨੇ ਜਾਣਾ ਤੇ ਮਾਤਾ ਗੁਜਰ ਕੌਰ ਜੀ ਨੂੰ ਵੀ ਦੁੱਧ ਛਕਾਉਣਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਦੁੱਧ ਛਕਾਉਣਾ। ਇਹਦੀ ਸ਼ਿਕਾਇਤ ਕਰ ਦਿੱਤੀ ਜਦੋਂ ਗੰਗੂ ਦੇ ਭਰਾ ਪੰਮੇ ਨੇ। ਤੇ ਗੁਰਮੁਖੋ ਵਜੀਦੇ ਨੂੰ ਜਦੋਂ ਪਤਾ ਲੱਗਾ ਨਾ, ਤੇ ਵਜੀਦੇ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਵਜੀਦਾ ਕਹਿੰਦਾ, ਮੋਤੀ ਰਾਮ ਤੈਨੂੰ ਇੱਕ ਮੌਕਾ ਅਸੀਂ ਦਿੰਨੇ ਆ, ਤੂੰ ਇਸ ਤਰ੍ਹਾਂ ਕਰ, ਤੂੰ ਸਾਡੇ ਧਰਮ ਦੇ ਵਿੱਚ ਸ਼ਾਮਲ ਹੋ ਜਾ। ਤੇ ਮੋਤੀ ਰਾਮ ਮਹਿਰਾ ਕਹਿੰਦਾ, ਇਹ ਗੱਲ ਨਹੀਂ ਹੋ ਸਕਦੀ ਜੀ, ਮੈਂ ਆਪਣਾ ਧਰਮ ਨਹੀਂ ਛੱਡ ਸਕਦਾ। ਤੇ ਗੁਰਮੁਖੋ ਵਜੀਦਾ ਕਹਿੰਦਾ, ਜੇ ਤੂੰ ਇਹ ਕੰਮ ਨਹੀਂ ਨਾ ਕਰ ਸਕਦਾ, ਅਸੀਂ ਤੈਨੂੰ ਕੋਲੂ ਦੇ ਵਿੱਚ ਪੀੜਾਂਗੇ ਤੁਹਾਡੇ ਸਾਰੇ ਪਰਿਵਾਰ ਨੂੰ। ਇਹਨਾਂ ਨੂੰ ਗੁਰਮੁਖੋ ਪਿਆਰਿਓ ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ। ਜਦ ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਨਾ, ਮੋਤੀ ਰਾਮ ਦਾ ਪੁੱਤਰ ਸੀਗਾ ਇੱਕ, ਜਿਹਦਾ ਨਾਮ ਸੀਗਾ ਨਰੈਣਾ। ਬਹੁਤ ਛੋਟਾ ਸੀ, 5-4 ਸਾਲ ਦਾ ਸੀਗਾ ਜੇ। ਪਹਿਲਾਂ ਗੁਰਮੁਖੋ ਉਹਨੂੰ ਕੋਲੂ ਦੇ ਵਿੱਚ ਪੀੜਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਿੱਦਾਂ ਦਾ ਸਮਾਂ ਹੋਊਗਾ ਗੁਰਮੁਖੋ ਤੋਂ, ਕਿੰਨੀ ਦੁੱਖ ਦੀ ਘੜੀ। ਜਿਨ੍ਹਾਂ ਨੇ ਸਿੱਖਾਂ ਨੇ ਵੇਖੋ ਆਪਣਾ ਸਿਦਕੀ ਨਿਹਾਰਿਆ,
ਮੌਕੇ ਦੀਆਂ ਸਰਕਾਰਾਂ ਦੀ ਵੀ ਪਰਵਾਹ ਨਹੀਂ ਕੀਤੀ। ਆਪਾਂ ਨੂੰ ਵੀ ਇਦਾਂ ਦਾ ਸਿੱਧਕ ਰੱਖਣਾ ਚਾਹੀਦਾ ਜਿੱਦਾਂ ਦੇ 4-4 5-5 ਸਾਲ ਦੇ 7 ਸਾਲ ਦੇ 9 ਸਾਲ ਦੇ ਬੱਚਿਆਂ ਨੇ ਇੰਨੀਆਂ ਤਕਲੀਫਾਂ ਝੱਲੀਆਂ, ਤੇ ਗੁਰਮੁਖੋ ਸਾਨੂੰ ਇਦਾਂ ਦਾ ਆਪਣਾ ਜਿਗਰਾ ਹਿਰਦਾ ਰੱਖਣਾ ਚਾਹੀਦਾ। ਧਰਮ ਦੇ ਨਾਂ ਤੇ ਸਾਨੂੰ ਕੋਈ ਵੀ ਕਸ਼ਟ ਆ ਜਾਏ ਨਾ, ਤੇ ਸਾਨੂੰ ਗੁਰੂ ਨੂੰ ਯਾਦ ਕਰਨਾ ਚਾਹੀਦਾ। ਦੁੱਖ ਸੁੱਖ ਦੋਵੇਂ ਦਰ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਵੀ ਤੇਰਾ ਸੁੱਖ ਵੀ ਤੇਰਾ। ਤੇ ਜਦੋਂ ਦੁੱਖ ਹੋਵੇ ਨਾ, ਉਦੋਂ ਆਪਾਂ ਗੁਰਮੁਖੋ ਪਿਆਰੇ ਗੁਰੂ ਘਰ ਨੂੰ ਆਉਂਦੇ ਹਾਂ, ਤੇ ਜਦੋਂ ਹੋਵੇ ਸੁੱਖ ਉਦੋਂ ਫਿਰ ਸਾਨੂੰ ਗੁਰੂ ਘਰ ਦਾ ਰਸਤਾ ਨਹੀਂ ਆਉਂਦਾ। ਦੁੱਖ ਦਾਰੂ ਸੁੱਖ ਰੋਗ ਭਇਆ, ਦੁੱਖਾਂ ਦਾ ਦਾਰੂ ਗੁਰਮੁਖੋ ਪਿਆਰਿਓ ਸਾਡਾ ਗੁਰੂ ਆ। ਜਿਹੜੀ ਗੁਰੂ ਨਾਨਕ ਸਾਹਿਬ ਸਾਨੂੰ ਬਾਣੀ ਲੈ ਕੇ ਗਏ ਆ, ਸਾਡੇ ਕਲਯੁਗ ਦੇ ਸਮੇਂ ਦੇ ਵਿੱਚ ਸਾਨੂੰ ਭਲਾ ਕਰਨ ਵਾਸਤੇ ਸਾਡਾ ਇੱਕੋ ਇੱਕ ਚੀਜ਼ ਆ, ਗੁਰੂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ, ਜਿਹਨੇ ਸਾਡਾ ਭਲਾ ਕਰਨਾ। ਦੁੱਖਾਂ ਦੇ ਵੇਲੇ ਨਾ ਯਾਦ ਕਰਿਆ ਕਰੋ, ਸੁੱਖ ਵੇਲੇ ਵੀ ਇਹਨੂੰ ਯਾਦ ਕਰੋ। ਕਾਮ ਪਰੇ ਹਰ ਸਿਮਰਿਏ ਐਸਾ ਸਿਮਰੋ ਨਿਤ। ਜਦੋਂ ਕੰਮ ਪੈਂਦਾ ਨਾ, ਉਦੋਂ ਆਪਾਂ ਗੁਟਕਾ ਸਾਹ ਫੜ ਲੈਂਦੇ ਹਾਂ, ਉਦੋਂ ਆਪਾਂ ਮਾਲਾ ਵੀ ਫੇਰ ਲੈਂਦੇ ਹਾਂ। ਤੇ ਜਦੋਂ ਗੁਰਮੁਖੋ ਪਿਆਰਿਓ ਸਾਨੂੰ ਨਾ ਲੋੜ ਹੋਵੇ, ਉਦੋਂ ਅਸੀਂ ਆਖਦੇ ਨੇ ਵੀ ਕੋਈ ਗੱਲ ਨਹੀਂ, ਪਹਿਲਾਂ ਬਠਿੰਡਿਓਂ ਹੋਈ ਆਣ ਕੇ ਗੁਰੂ ਘਰ ਮੱਥਾ ਟੇਕ ਲਾਂਗੇ। ਇਸ ਤਰ੍ਹਾਂ ਨਹੀਂ, ਤਨ ਮਨ ਦੇ ਨਾਲ ਗੁਰੂ ਘਰ ਅਰਦਾਸ ਕਰਕੇ ਜਾਇਆ ਕਰੋ। ਜਿਹੜੇ ਵੀ ਕੰਮ ਜਾਣਾ, ਤੁਹਾਡਾ ਕੰਮ ਸਾਰੇ ਸਿੱਧੇ ਹੋਣਗੇ ਗੁਰਮੁਖੋ ਪਿਆਰਿਓ। ਤੁਹਾਨੂੰ ਕਿਸੇ ਚੀਜ਼ ਦੀ ਰੁਕਾਵਟ ਨਹੀਂ ਪੈ ਸਕਦੀ। ਤਨ ਮਨ ਧਨ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਤਨ ਵੀ ਸੌਂਪਤਾ, ਮਨ ਵੀ ਸੌਂਪਤਾ, ਧਨ ਵੀ ਸੌਂਪਤਾ। ਗੱਲ ਕਦੋਂ ਬਣਨੀ ਆ? ਗੱਲ ਉਦੋਂ ਬਣਨੀ ਆ ਜਦੋਂ ਆਪਣਾ ਮਨ ਸੌਂਪ ਦੇਗਾ। ਜਦੋਂ ਤੂੰ ਆਪਣਾ ਮਨ ਗੁਰੂ ਨੂੰ ਸੌਂਪ ਦਿੱਤਾ ਨਾ, ਫਿਰ ਤੂੰ ਆਪਣੀ ਮਰਜ਼ੀ ਨਹੀਂ ਕਰ ਸਕਦਾ। ਆਪਣੀਆਂ ਮਰਜ਼ੀਆਂ ਤੇਰੀਆਂ ਉਨਾ ਚਿਰ ਚੱਲਣੀਆਂ ਜਿੰਨਾ ਚਿਰ ਤੂੰ ਗੁਰੂ ਘਰ ਆਣ ਕੇ ਗੁਰੂ ਨੂੰ ਆਪਣਾ ਮਨ ਨਹੀਂ ਸੌਂਪਦਾ। ਇਸ ਤਰ੍ਹਾਂ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰਮੁਖੋ ਪਿਆਰਿਓ, ਵਾਹਿਗੁਰੂ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਲੜਕਾ ਭਾਈ ਨਰੈਣਾ, ਜਿਹਨੂੰ ਕੋਹਲੂ ਦੇ ਵਿੱਚ ਪੀੜਿਆ ਗੁਰਮੁਖੋ, ਬੱਚਾ ਰੋਂਦਾ, ਕਿਉਂਕਿ ਹੈ ਤੇ ਬੱਚਾ ਸੀ ਨਾ 2, 4, 5 ਸਾਲ ਦਾ। ਜਦੋਂ ਕੋਹਲੂ ਦੇ ਵਿੱਚ ਪੀੜਿਆ ਤੇ ਗੁਰਮੁਖੋ ਜਿੰਨਾ ਖੂਨ ਵਗਿਆ ਨਾ, ਤੇ ਸਾਰਾ ਮਾਤਾ ਲੱਧੋ ਜੀ, ਮਾਤਾ ਭੋਈ ਜੀ ਤੇ ਮੋਤੀ ਰਾਮ ਮਹਿਰਾ ਜੀ ਦੇ ਪੈਰਾਂ 'ਚ ਆਣ ਵੜਿਆ ਖੂਨ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਜੀਦੇ ਨੇ ਇਸ ਕਰਕੇ ਪੁੱਤਰ ਨੂੰ ਪਹਿਲਾਂ ਪੀੜਿਆ ਕਿ ਕੋਈ ਮੋਤੀ ਮਹਿਰਾ ਡੋਲ ਜਾਵੇ, ਇਹ ਸਾਡਾ ਇਸਲਾਮ ਧਰਮ ਕਬੂਲ ਕਰ ਲੇ। ਤੇ ਮੋਤੀ ਰਾਮ ਮਹਿਰਾ ਕਹਿੰਦਾ ਜੋ ਮਰਜ਼ੀ ਕਰ ਲਾ, ਇਹ ਗੱਲ ਨਹੀਂ ਹੋਣੀ ਵਜੀਦਿਆ, ਜਿੰਨੇ ਮਰਜ਼ੀ ਤਸੀਹੇ ਦੇ ਲਾ। ਮਾਤਾ ਲੱਧੋ ਜੀ ਨੂੰ ਵੀ ਫੜਿਆ ਤੇ ਮਾਤਾ ਲੱਧੋ ਜੀ ਨੇ ਵੀ ਗੁਰਮੁਖੋ ਪਿਆਰਿਆ ਕੋਹਲੂ ਦੇ ਵਿੱਚ ਪੀੜ ਦਿੱਤਾ। ਮਾਤਾ ਭੋਈ ਜੀ ਨੂੰ, ਜਿਹੜੇ ਬਾਬੇ ਮੋਤੀ ਰਾਮ ਦੇ ਧਰਮ ਸਪਤਨੀ ਸੀਗੇ, ਉਹਨਾਂ ਨੂੰ ਵੀ ਫੜਿਆ ਤੇ ਕੋਹਲੂ ਦੇ ਵਿੱਚ ਪੀੜ ਦਿੱਤਾ। ਤੇ ਗੁਰਮੁਖੋ ਮਾਤਾ ਭੋਈ ਜੀ ਕਹਿੰਦੇ ਆ, ਜਿੰਨਾ ਮਰਜ਼ੀ ਕਹਿਰ ਕਮਾ ਲਾ, ਅਸੀਂ ਡੋਲਣ ਵਾਲੇ ਨਹੀਂ,
ਸਾਡੇ ਸਿਰ ਤੇ ਉਸ 10ਵੇਂ ਪਾਤਸ਼ਾਹ ਦਾ ਹੱਥ ਆ। ਮਾਤਾ ਭੋਈ ਜੀ ਉਦੋਂ ਕੀ ਕਹਿੰਦੇ ਨੇ ਕੋਲੂ ਦੇ ਵਿੱਚ ਜਦੋਂ ਪੀੜੀ ਜਾਂਦੇ ਨੇ? ਆਓ ਗੁਰਮੁਖੋ ਪੜ੍ਹ ਲਈਏ। ਹੱਥ ਸਿਰ ਤੇ ਰੱਖਿਓ ਜੀ, ਹੱਥ ਸਿਰ ਤੇ ਰੱਖਿਓ ਜੀ, ਕਦੇ ਨਾ ਡੋਲਾ ਕਦੇ ਨਾ ਡੋਲਾ। ਹੱਥ ਸਿਰ ਤੇ ਰੱਖਿਓ ਜੀ, ਕਦੇ ਨਾ ਡੋਲਾ ਕਦੇ ਨਾ ਡੋਲਾ। ਸਿਰ ਤੇ ਰੱਖਿਓ ਜੀ, ਕਦੇ ਨਾ ਡੋਲਾ ਕਦੇ ਨਾ ਡੋਲਾ। ਹੱਥ ਸਿਰ ਤੇ ਰੱਖਿਓ ਜੀ, ਕਦੇ ਨਾ ਡੋਲਾ ਕਦੇ ਨਾ ਡੋਲਾ। ਕਦੇ ਨਾ ਡੋਲਾ ਕਦੇ ਨਾ ਡੋਲਾ ਕਦੇ ਨਾ ਡੋਲਾ। ਕਦੇ ਨਾ ਡੋਲਾ ਕਦੇ ਨਾ ਡੋਲਾ ਕਦੇ ਨਾ ਡੋਲਾ ਕਦੇ ਨਾ ਡੋਲਾ। ਸਿਰ ਤੇ ਰੱਖਿਓ ਜੀ, ਕਦੇ ਨਾ ਡੋਲਾ ਕਦੇ ਨਾ ਡੋਲਾ। ਹੱਥ ਸਿਰ ਤੇ ਰੱਖਿਓ ਜੀ, ਕਦੇ ਨਾ ਡੋਲਾ ਕਦੇ ਨਾ ਡੋਲਾ। ਕਦੇ ਨਾ ਡੋਲਾ ਕਦੇ ਨਾ ਡੋਲਾ ਕਦੇ ਨਾ ਡੋਲਾ। ਕਦੇ ਨਾ ਡੋਲਾ ਕਦੇ ਨਾ ਡੋਲਾ ਕਦੇ ਨਾ ਡੋਲਾ ਕਦੇ ਨਾ ਡੋਲਾ। ਇਸ ਤਰ੍ਹਾਂ ਗੁਰਮੁਖੋ ਜਦੋਂ ਸਾਰਿਆਂ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਨਾ, ਤੇ ਮੋਤੀ ਰਾਮ ਮਹਿਰਾ ਵੀ ਗੁਰਮੁਖੋ ਪਿਆਰਿਓ ਗੁਰੂ ਸਾਹਿਬ ਗਾੜੀ ਬੇਨਤੀਆਂ ਕਰਦਾ ਹੈ, ਤੇਰਾ ਭਾਣਾ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਰੱਬ ਦੇ ਪਿਆਰਿਆਂ ਨੇ ਤੇ ਗੁਰਮੁਖੋ ਰੱਬ ਦਾ ਹੀ ਨਾਮ ਜਪਿਆ, ਉਹਨਾਂ ਨੇ ਉਹਦਾ ਹੀ ਭਾਣਾ ਮਿੱਠਾ ਕਰਕੇ ਮੰਨਿਆ, ਉਹਨਾਂ ਕੋਈ ਸੰਸਾਰੀ ਪਦਾਰਥ ਨਹੀਂ ਮੰਗਿਆ। ਆਪਾਂ ਸੰਸਾਰੀ ਪਦਾਰਥਾਂ ਦੇ ਸੰਸਾਰੀ ਲੋਕਾਂ ਦੇ ਮਗਰ ਪੈ ਕੇ ਤੇ ਗੁਰੂ ਸਾਹਿਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਗਏ ਆ। ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਕਸਮਾਰੇ। ਜਿਹੜਾ ਸਾਨੂੰ ਦਾਤਾਂ ਦੇਣ ਵਾਲਾ, ਜਿਹੜਾ ਸਾਨੂੰ ਦਾਨ ਦੇਣ ਵਾਲਾ, ਉਹਨੂੰ ਵੀ ਆਪਾਂ ਕਦੀ ਚੇਤੇ ਕੀਤਾ? ਆ ਜਿੰਨੀਆਂ ਵੀ ਆਪਾਂ ਚੀਜ਼ਾਂ ਵਸਤਾਂ ਵਰਤ ਰਹੇ ਹਾਂ, ਵੱਡੀਆਂ ਵੱਡੀਆਂ ਗੱਡੀਆਂ ਤੇ ਚੜ੍ਹੇ ਫਿਰਦੇ ਹਾਂ, ਹਰ ਇੱਕ ਸੁੱਖ ਸਹੂਲਤ ਆ ਸਾਨੂੰ,
ਇਹ ਉਹਦੀਆਂ ਹੀ ਦਿੱਤੀਆਂ ਹੋਈਆਂ ਦਾਤਾਂ, ਪਰ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਕੇ ਤੇ ਆਪਾਂ ਪਾਪਾਂ ਅਪਰਾਧਾਂ ਵੱਲ ਤੁਰ ਪਏ ਹਾਂ। ਸਾਨੂੰ ਉਹਦਾ ਨਾਮ ਜਪਣਾ ਚਾਹੀਦਾ ਜਿਹਨੇ ਸਾਨੂੰ ਦਾਤਾਂ ਦਿੱਤੀਆਂ, ਜਿਹਦੀਆਂ ਦਿੱਤੀਆਂ ਹੋਈਆਂ ਦਾਤਾਂ ਤੇ ਆਪਾਂ ਸੁੱਖ ਸਹੂਲਤਾਂ ਮਾਣ ਰਹੇ ਹਾਂ। ਇਹ ਗੁਰਮੁਖੋ ਆਪਾਂ ਸਮਾਪਤੀ ਵੱਲ ਨੂੰ ਚੱਲੀਏ, ਕਿਉਂਕਿ ਸਮਾਂ ਵੀ ਬਹੁਤਾ ਇਜਾਜ਼ਤ ਨਹੀਂ ਦੇ ਰਿਹਾ। ਛੋਟੇ ਸਾਹਿਬਜ਼ਾਦਿਆਂ ਨੂੰ ਵੀ ਫਿਰ ਸ਼ਹੀਦ ਕੀਤਾ, ਨੀਹਾਂ ਦੇ ਵਿੱਚ ਚਿਣ ਕੇ। ਤੇ ਛੋਟੇ ਸਾਹਿਬਜ਼ਾਦਿਆਂ ਦੇ ਗੁਰਮੁਖੋ ਜਦੋਂ ਕੰਧ ਡਿੱਗ ਪਈ ਨਾ, ਅਜੇ ਸਾਹ ਲੈਂਦੇ ਨੇ ਤੇ ਵਜੀਦਾ ਅਜੇ ਵੀ ਕਹਿੰਦਾ ਬੱਚਿਓ ਅਜੇ ਵੀ ਮੰਨ ਜਾਓ। ਤੇ ਬੱਚੇ ਕਹਿੰਦੇ ਨਹੀਂ, ਸਿਰ ਮਾਰ ਦਿੱਤਾ। ਇਹਨਾਂ ਨੇ ਫਿਰ ਬੱਚੇ ਬੇਹੋਸ਼ ਹੋਏ ਨੇ। ਵਜੀਦੇ ਨੇ ਫਿਰ 2 ਜਲਾਦ ਮੰਗਾਏ ਨੇ ਸਮਾਣੇ ਤੋਂ, ਇੱਕ ਸ਼ਾਸ਼ਲ ਬੇਗ ਤੇ ਇੱਕ ਬਾਸ਼ਲ ਬੇਗ। ਗੁਰਮੁਖੋ ਪਿਆਰਿਓ 2 ਜਲਾਦ ਸੀਗੇ, ਜਿਨ੍ਹਾਂ ਦੇ ਵਜੀਦੇ ਦੀ ਕਚਹਿਰੀ ਦੇ ਵਿੱਚ ਕੇਸ ਚੱਲਦੇ ਸੀਗੇ। ਵਜੀਦਾ ਉਹਨਾਂ ਨੂੰ ਕਹਿੰਦਾ ਤੁਹਾਡੇ ਸਾਰੇ ਕੇਸ ਮਾਫ, ਤੁਸੀਂ ਇਹਨਾਂ ਬੱਚਿਆਂ ਨੂੰ ਸ਼ਹੀਦ ਕਰ ਦਿਓ, ਉਹਨਾਂ ਦੀਆਂ ਸਾਹ ਰਗਾਂ ਵੱਢ ਕੇ। ਉਹਨਾਂ ਪਾਪੀਆਂ ਨੇ ਗੁਰਮੁਖੋ ਪਿਆਰਿਓ ਆਪਣੇ ਸਾਰੇ ਕੇਸ ਮਾਫ ਕਰਾ ਕੇ ਤੇ ਇਹਨਾਂ ਬੱਚਿਆਂ ਦੀਆਂ ਸਾਹ ਰਗਾਂ ਕੱਟੀਆਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬੜਾ ਮਨ ਦੁਖੀ ਹੁੰਦਾ ਗੁਰਮੁਖੋ ਪਿਆਰਿਓ ਇਹੋ ਜਿਹੀ ਵਿਚਾਰ ਜਦੋਂ ਕਰੀਏ। ਜਦ ਇਹਨਾਂ ਦੀਆਂ ਸਾਹ ਰਗਾਂ ਬੱਚਿਆਂ ਦੀਆਂ ਵੱਢ ਦਿੱਤੀਆਂ, ਜਾਨੋਂ ਖਤਮ ਕਰ ਦਿੱਤਾ। ਜਦ ਮਾਤਾ ਗੁਜਰ ਕੌਰ ਜੀ ਨੂੰ ਪਤਾ ਲੱਗਾ ਨਾ, ਕਈ ਤੇ ਗੁਰਮੁਖੋ ਪਿਆਰਿਓ ਕਹੀ ਜਾਂਦੇ ਇਤਿਹਾਸ ਦੇ ਵਿੱਚ ਵੀ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਤੋਂ ਛਾਲ ਮਾਰ ਦਿੱਤੀ, ਪਰ ਨਹੀਂ, ਇਸ ਤਰ੍ਹਾਂ ਨਹੀਂ ਗੁਰਮੁਖੋ ਕਹਿੰਦੇ ਹੋਇਆ। ਮਾਤਾ ਗੁਜਰ ਕੌਰ ਜੀ ਉੱਥੇ ਆਪ ਹੀ ਸਰੀਰ ਛੱਡ ਗਏ ਨੇ। ਇਹਨਾਂ ਦਾ ਗੁਰਮੁਖੋ ਪਿਆਰਿਓ ਫਿਰ ਸੰਸਕਾਰ ਕਰਨਾ ਇੱਕ ਟੋਡਰ ਮੱਲ ਹੋਇਆ, ਇਤਿਹਾਸ ਦੇ ਵਿੱਚ ਨਾਮ ਆਉਂਦਾ। ਉਹ ਟੋਡਰ ਮੱਲ ਨੇ ਵਜੀਦੇ ਨੂੰ ਕਿਹਾ, ਕਹਿੰਦਾ ਜੀ ਇਹਨਾਂ ਬੱਚਿਆਂ ਦਾ ਸੰਸਕਾਰ ਕਰਨਾ। ਤੇ ਵਜੀਦਾ ਕਹਿੰਦਾ ਇਹਨਾਂ ਦਾ ਸੰਸਕਾਰ ਨਹੀਂ ਮੈਂ ਇੱਥੇ ਹੋਣ ਦੇਣਾ। ਤੇ ਟੋਡਰ ਮੱਲ ਕਹਿੰਦਾ ਤੁਸੀਂ ਜਿੰਨੇ ਪੈਸੇ ਲੈਣੇ ਆ, ਜੋ ਕੁਛ ਵੀ ਤੁਸੀਂ ਚਾਹੁੰਦੇ ਹੋ, ਤੁਸੀਂ ਸਾਡੇ ਕੋਲੋਂ ਮੰਗੋ। ਆਪਾਂ ਧਰਤੀ ਮੁੱਲ ਖਰੀਦ ਲੈਂਦੇ ਆ ਤੁਹਾਡੇ ਕੋਲੋਂ, ਕਿਉਂਕਿ ਉਹਦਾ ਰਾਜ ਭਾਗ ਜੋ ਉਹਨਾਂ ਦਾ ਸੀਗਾ ਗੁਰਮੁਖੋ, ਸਭ ਕੁਛ ਉਹਨਾਂ ਦੇ ਹੱਥ 'ਚ ਸੀਗਾ। ਤੇ ਵਜੀਦਾ ਕਹਿੰਦਾ ਟੋਡਰ ਮੱਲ, ਜੇ ਤੂੰ ਜਗ੍ਹਾ ਖਰੀਦਣੀ ਆ ਨਾ, ਜਿੰਨੀ ਜਗ੍ਹਾ ਦੇ ਵਿੱਚ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਵਿਛਾ ਦੇਗਾ ਨਾ, ਉਨੀ ਜਗ੍ਹਾ ਲੈ ਲਵੀਂ। ਟੋਡਰ ਮੱਲ ਦੀ ਲੜਕੀ ਦਾ ਵਿਆਹ ਸੀਗਾ ਗੁਰਮੁਖੋ, ਸਾਰਾ ਸਮਾਨ ਬਣਾਇਆ ਤੇ ਗੁਰਮੁਖੋ ਵਿਆਹ ਵਿੱਚ ਹੀ ਰਹਿਣ ਦਿੱਤਾ। ਕਰਨੇ 5-7 ਮਿੰਟ ਤੇ ਗੁਰਮੁਖੋ ਖੜੇ ਰੁੱਖ ਮੋਹਰਾਂ ਵਿਛਾ ਕੇ ਨਾ, 78000 ਮੋਹਰਾਂ ਖੜੇ ਰੁੱਖ ਵਿਛਾ ਕੇ ਤੇ ਫਿਰ ਧਰਤੀ ਖਰੀਦੀ। ਗੁਰਮੁਖੋ ਕਹਿੰਦੇ ਇਹਦਾ ਸਰਵਾ ਹੋਇਆ
ਬਾਹਰ ਦੇ ਮੁਲਕਾਂ ਦੇ ਵਿੱਚ ਵੀ ਕਿ ਇੰਨੀ ਮਹਿੰਗੀ ਧਰਤੀ ਕਿਤੇ ਵੀ ਨਹੀਂ ਵਿਕੀ ਜਿੰਨੀ ਮਹਿੰਗੀ ਧਰਤੀ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਦੇ ਸੰਸਕਾਰ ਕਰਨ ਵਾਸਤੇ ਖਰੀਦੀ ਹੈ। ਤੇ ਇੰਨੀ ਮਹਿੰਗੀ ਧਰਤੀ ਇਹੋ ਹੀ ਆ। ਇਹਨਾਂ ਨੇ ਗੁਰਮੁਖੋ ਧਰਤੀ ਖਰੀਦ ਕੇ ਮਾਤਾ ਗੁਜਰ ਕੌਰ ਜੀ ਦਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। 2 ਗੁਰਮੁਖੋ ਪਿਆਰਿਓ ਮਜ਼ਦੂਰ ਲਏ ਨਾਲ ਤੇ ਮੋਤੀ ਰਾਮ ਮਹਿਰਾ ਜੀ ਤੇ ਟੋਡਰ ਮਲ ਦੇ ਘਰ ਵਾਲੀ ਗੁਰਮੁਖੋ ਪਿਆਰਿਓ, ਇਹਨਾਂ ਨੇ ਫਿਰ ਸਾਹਿਬਜ਼ਾਦਿਆਂ ਦੇ ਤੇ ਮਾਤਾ ਜੀ ਦਾ ਸਰੀਰ ਚੱਕਿਆ ਤੇ ਗੁਰਮੁਖੋ ਫਿਰ ਸੰਸਕਾਰ ਕੀਤਾ। ਤੇ ਅੱਜ ਗੁਰਮੁਖੋ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ, ਉਹਨਾਂ ਗੁਰੂ ਦੇ ਬੱਚਿਆਂ ਨੂੰ ਆਪਾਂ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਧਰਮ ਦੇ ਲੇਖੇ ਆਪਣੀ ਜ਼ਿੰਦਗੀ ਲਾਤੀ। ਧਰਮ ਨਹੀਂ ਛੱਡਿਆ ਗੁਰਮੁਖੋ ਪਿਆਰਿਓ, ਧਰਮ ਦੇ ਵਿੱਚ ਪੱਕੇ ਰਹੇ ਨੇ। ਆਪਾਂ ਨੂੰ ਵੀ ਇਦਾਂ ਦਾ ਜੀਵਨ, ਇਦਾਂ ਦੀ ਸਿੱਖੀ ਬਤੀਤ ਕਰਨੀ ਚਾਹੀਦੀ ਆ ਕਿ ਆਪਾਂ ਨੂੰ ਵੀ ਧਰਮ ਨਹੀਂ ਛੱਡਣਾ ਚਾਹੀਦਾ। ਗੁਰੂ ਸਾਹਿਬ ਕਹਿ ਗਏ ਨੇ, ਗੁਰਮੁਖੋ ਪਿਆਰਿਓ, ਗੁਰੂ ਸਾਹਿਬ ਕਹਿੰਦੇ ਨਾ ਸਿੱਖੀ ਨਾ ਛੱਡਿਓ, ਧਰਮ ਨਾ ਹਾਰਿਓ। ਸਿਰ ਭਾਵੇਂ ਦੇਣਾ ਮਨਜ਼ੂਰ ਹੋ ਜੇ। ਬੱਚੇ ਜਾਂਦੇ ਜਾਂਦੇ ਬੋਲਦੇ ਨੇ, ਆਓ ਪਾਣੀ ਪੀਓ। ਬੱਚੇ ਕਹਿੰਦੇ ਨੇ, ਸਿਰ ਦੇ ਦਿਓ ਧਰਮ ਨਾ ਹਾਰਿਓ, ਛੋਟੇ ਛੋਟੇ ਲਾਲ ਬੋਲਦੇ ਸਿਰ ਦੇ ਦਿਓ ਧਰਮ ਨਾ ਹਾਰਿਓ, ਛੋਟੇ ਛੋਟੇ ਲਾਲ ਬੋਲਦੇ।
ਤਾਂ ਗੁਰਮੁਖ ਪਿਆਰਿਓ ਆਓ ਸਮਾਪਤੀ ਵੱਲ ਨੂੰ ਚੱਲੀਏ। ਇਸ ਤਰ੍ਹਾਂ ਛੋਟੇ ਛੋਟੇ ਬੱਚਿਆਂ ਨੇ ਗੁਰਮੁਖ ਪਿਆਰਿਓ ਧਰਮ ਦੇ ਲੇਖੇ ਆਪਣੀ ਜ਼ਿੰਦਗੀ ਲਾਈ। ਅੱਜ ਆਪਾਂ ਉਹਨਾਂ ਦੇ ਦਿਨ ਮਨਾ ਰਹੇ ਹਾਂ। ਪੋਹ ਦਾ ਮਹੀਨਾ ਗੁਰਮੁਖੋ, ਠੰਡ ਬਹੁਤ ਆ। ਕਿੱਦਾਂ ਦਾ ਸਮਾਂ ਹੋਊਗਾ ਉਦੋਂ, ਜਦੋਂ ਜੰਗਾਂ ਯੁੱਧਾਂ ਦੇ ਸਮੇਂ ਦੇ ਵਿੱਚ ਇੰਨਿਆਂ ਸਿੱਖਾਂ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਤੇ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦੀਆਂ ਪਾਉਣੀਆਂ ਪਈਆਂ। ਉਹਨਾਂ ਦਾ ਜੀਵਨ ਗੁਰਮੁਖੋ ਪਿਆਰਿਓ ਪੜ੍ਹਿਆ ਕਰੀਏ, ਉਹਨਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਿਆ ਕਰੀਏ ਤੇ ਆਪਾਂ ਵੀ ਉਹੋ ਜਿਹਾ ਜੀਵਨ ਗੁਰਮੁਖੋ ਬਤੀਤ ਕਰੀਏ ਤੇ ਧਰਮ ਦੀ ਕਿਰਤ ਕਰੀਏ ਤੇ ਗੁਰੂ ਸਾਹਿਬ ਦੇ ਲੇਖੇ ਆਪਣੀ ਜ਼ਿੰਦਗੀ ਲਾਈਏ। ਕਿਉਂਕਿ ਲੋਕ ਪਰਲੋਕ ਵਿੱਚ ਸਾਡੀ ਉਹਨੇ ਬਾਂਹ ਫੜਨੀ ਆ ਗੁਰਮੁਖੋ। ਹੋਰ ਸੰਸਾਰੀ ਕੰਮਾਂ ਦੇ ਵਿੱਚ ਆਪਣੀ ਜ਼ਿੰਦਗੀ ਖੱਜਲ ਖਵਾਰ ਨਾ ਕਰੀਏ, ਕਿਉਂਕਿ ਸੰਸਾਰੀ ਕੰਮ ਵੀ ਜ਼ਰੂਰ ਕਰੋ, ਪਰ ਕਰੋ ਧਰਮ ਦੀ ਕਿਰਤ ਜਿਹੜੀ ਗੁਰੂ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਵੀ ਪ੍ਰਵਾਨ ਹੋਵੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਓ ਗੁਰਮੁਖੋ, ਸਮਾਂ ਇਜਾਜ਼ਤ ਨਹੀਂ ਦਿੰਦਾ, ਇੰਨੀਆਂ ਹੀ ਬੇਨਤੀਆਂ ਕਰਦਾ ਆ। ਦਾਸ ਖਿਮਾ ਦਾ ਜਾਜਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੋਣ ਪਹੁੰਚੇ ਹਾਂ, ਉਹਨਾਂ ਦੇ ਨਾਮ ਸਰਦਾਰ ਕਾਕਾ ਸਿੰਘ ਜੀ। ਇਹਨਾਂ ਦੇ ਗੁਰਮੁਖੋ ਮਾਤਾ ਪਿਤਾ ਵੀ ਕੁਝ ਸਮਾਂ ਪਹਿਲਾਂ ਚੜ੍ਹਾਈ ਕਰ ਗਏ ਸਨ। ਇਹਨਾਂ ਦੇ ਬੇਟੇ ਰਮਨਦੀਪ ਸਿੰਘ, ਸਤਗੁਰ ਸਿੰਘ ਤੇ ਬਲਬੀਰ ਸਿੰਘ, ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਲੰਮੀ ਜ਼ਿੰਦਗੀ ਬਖਸ਼ੇ। ਤੇ ਗੁਰਮੁਖੋ, ਜਿਸ ਤਰ੍ਹਾਂ ਇਹਨਾਂ ਦੇ ਪਿਤਾ ਜੀ ਨੇ ਨਿਮਰਤਾ ਦੇ ਨਾਲ ਜੀਵਨ ਬਤੀਤ ਕੀਤਾ ਹੈ, ਪਰਮਾਤਮਾ ਇਹਨਾਂ ਨੂੰ ਵੀ ਮਤਬੁੱਧ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਇਹਨਾਂ ਨੂੰ ਵੀ ਚੰਗਾ ਜੀਵਨ ਮਿਲੇ ਤੇ ਗੁਰੂ ਘਰ ਦਾ ਗੁਰਮੁਖੋ ਪਿਆਰਿਓ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਕਿਉਂਕਿ ਆਪਾਂ ਇਤਿਹਾਸ ਸੁਣਿਆ ਹੀ ਆ ਵੀ ਕਿਹੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਗੁਰੂ ਸਾਹਿਬ ਦਾ ਅੰਮ੍ਰਿਤ ਛਕ ਕੇ। ਤੇ ਗੁਰਮੁਖੋ ਪਿਆਰਿਓ, ਉਹਨਾਂ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਤੇ ਆਪਾਂ ਵੀ ਉਹ ਸ਼ੇਰ ਬਣੀਏ। ਆਪਾਂ ਵੀ ਗੁਰੂ ਸਾਹਿਬ ਨੂੰ ਦੱਸੀਏ, ਗੁਰੂ ਸਾਹਿਬ ਨੂੰ ਪਤਾ ਲੱਗੇ ਵੀ ਇਹ ਸਭ ਕੁਝ ਛੱਡ ਕੇ ਤੇ ਇਹ ਹੁਣ ਮੇਰੇ ਚਰਨਾਂ ਦੇ ਵਿੱਚ ਆ ਗਏ ਨੇ। ਫਿਰ ਗੁਰਮੁਖੋ, ਤੁਹਾਨੂੰ ਸੰਸਾਰ ਵੀ ਚੰਗਾ ਕਹੂਗਾ ਤੇ ਤੁਹਾਨੂੰ ਜਦੋਂ ਪਰਮਾਤਮਾ ਦੀ ਕਚਹਿਰੀ ਦੇ ਵਿੱਚ, ਕਿਉਂਕਿ ਆਪਾਂ ਨੂੰ ਇੱਥੇ ਸਦਾ ਬੈਠੇ ਨਹੀਂ ਰਹਿਣਾ। ਕਿਉਂਕਿ ਗੁਰਮੁਖੋ, ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਹੈ। ਇਹ ਸੰਸਾਰ ਸਾਨੂੰ ਛੱਡ ਕੇ ਇੱਕ ਦਿਨ ਜਾਣਾ ਪੈਣਾ। ਕਿਉਂਕਿ ਜਦੋਂ ਆਪਾਂ ਜਾਈਏ ਤੇ ਆਪਾਂ ਇੱਜ਼ਤ ਮਾਣ ਨਾਲ ਜਾਈਏ, ਕਿਉਂਕਿ ਗੁਰੂ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਵੀ ਪ੍ਰਵਾਨ ਹੋਈਏ। ਆਓ ਗੁਰਮੁਖੋ, ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।